ਮੇਰੇ ਪਰਿਵਾਰ ਨੇ ਬਿਲਕੁਲ ਸ਼ਹਾਦਤਾਂ ਦਿੱਤੀਆਂ ਨੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ, ਪਰ ਬਿਲੋਂਗ ਕਰਦੀ ਹਾਂ, ਇਹਦੇ 'ਚ ਮੇਰਾ ਤਾਂ ਕੋਈ ਕਸੂਰ ਨਹੀਂ। ਉਸ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ ਜਿਹਦੇ 'ਚ ਰੱਬ ਦੀ ਮਰਜ਼ੀ ਸੀ, ਮੇਰਾ ਕੋਈ ਕਸੂਰ ਨਹੀਂ। ਕਿ ਜੇ ਮੈਂ ਖਾੜਕੂਆਂ ਕਰ ਜੰਮੀ ਤੇ ਮੇਰਾ ਕੀ ਕਸੂਰ ਆ। ਵਾਕਿਆ ਹੀ ਬੀਬਾ ਤੇਰਾ ਕੋਈ ਕਸੂਰ ਨਹੀਂ ਤੇ ਸਿੱਖ ਕੌਮ ਦਾ ਵੀ ਕੋਈ ਕਸੂਰ ਨਹੀਂ ਸੀ। ਇਹ ਉਸ ਵੇਲੇ ਦੀ ਜ਼ਾਲਮ ਹਕੂਮਤ ਦਾ ਕਸੂਰ ਸੀ ਜਿਸ ਨੇ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ ਤੇ ਦਹਿਸ਼ਤਗਰਦ ਕਹਿ ਕੇ ਸ਼ਹੀਦ ਕੀਤਾ। ਆਪਣੇ ਚਾਚਾ ਜੀ ਦੀ ਸ਼ਹਾਦਤ ਨੂੰ ਔਰ ਆਪਣੇ ਪਿਤਾ, ਆਪਣੇ ਪਰਿਵਾਰ ਦੇ ਨਾਲ ਜੋ ਕੁਝ ਉਸ ਵੇਲੇ ਵਾਪਰਿਆ, ਉਸ ਤੋਂ ਮੂੰਹ ਮੋੜਨਾ, ਇਸ ਤਰ੍ਹਾਂ ਦੀ ਰਾਜਨੀਤੀ ਦਾ ਵੀ ਕੋਈ ਫਾਇਦਾ ਨਹੀਂ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਆਮ ਆਦਮੀ ਪਾਰਟੀ ਦੀ ਐਮਐਲਏ ਤਲਵੰਡੀ ਸਾਬੋ ਤੋਂ ਬਰਜਿੰਦਰ ਕੌਰ, ਜਿਸ ਨੇ ਹਾਲ ਹੀ ਦੇ ਵਿੱਚ ਇੱਕ ਬਿਆਨ ਦਿੱਤਾ ਤੇ ਉਸ ਬਿਆਨ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਤਾਰ-ਤਾਰ ਕਰ ਦਿੱਤੀਆਂ ਤੇ ਨਾਲ ਹੀ ਉਹਨਾਂ ਨੇ ਤਾਰ-ਤਾਰ ਕੀਤੀਆਂ ਉਹਨਾਂ ਦੇ ਹੀ ਪਰਿਵਾਰਕ ਮੈਂਬਰਾਂ ਦੀਆਂ ਉਹ ਸ਼ਹਾਦਤਾਂ ਜੋ ਖਾਲਸਾ ਰਾਜ ਦੇ ਸੰਘਰਸ਼ ਵਿੱਚ ਦਿੱਤੀਆਂ ਗਈਆਂ ਸਨ। ਤੁਹਾਨੂੰ ਦੱਸ ਦਈਏ ਕਿ ਪ੍ਰੋਫੈਸਰ ਬਰਜਿੰਦਰ ਕੌਰ ਬੱਬਰ ਖਾਲਸਾ ਦੇ ਚੋਟੀ ਦੇ ਖਾੜਕੂ ਭਾਈ ਸੁਖਪਾਲ ਸਿੰਘ ਪਾਲਾ ਦੀ ਸਖੀ ਭਤੀਜੀ ਹੈ ਅਤੇ ਇਹ ਭਾਈ ਦਰਸ਼ਨ ਸਿੰਘ ਦੀ ਧੀ ਹੈ। ਭਾਈ ਸੁਖਪਾਲ ਸਿੰਘ ਪਾਲਾ ਦੀ ਬਰਸੀ ਤੇ ਹਰ ਸਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਦਲਜੀਤ ਸਿੰਘ ਬਿੱਟੂ ਹਮੇਸ਼ਾ ਪਹੁੰਚਦੇ ਨੇ ਅਤੇ ਖਾਲਿਸਤਾਨ ਦੇ ਪੱਖ ਵਿੱਚ ਗੱਲਾਂ ਵੀ ਕਰਦੇ ਨੇ, ਨਾਰੇ ਵੀ ਲੱਗਦੇ ਨੇ ਤੇ ਆਪਣੇ ਜਜ਼ਬਾਤ ਸਿੱਖ ਸੰਗਤ ਨਾਲ ਹਮੇਸ਼ਾ ਸਾਂਝੇ ਵੀ ਕਰਦੇ ਨੇ। ਪਰ ਅੱਜ ਜਦੋਂ ਪ੍ਰੋਫੈਸਰ ਬਰਜਿੰਦਰ ਕੌਰ ਵੱਲੋਂ ਬਠਿੰਡਾ ਵਿੱਚ ਇੱਕ ਪ੍ਰੈਸ ਕਾਨਫਰੰਸ ਸੱਦੀ ਗਈ, ਜਿਸ ਵਿੱਚ ਪ੍ਰੋਫੈਸਰ ਬਰਜਿੰਦਰ ਕੌਰ ਅਤੇ ਬਠਿੰਡਾ ਦੇ ਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਹਾਜ਼ਰ ਰਹੇ। ਇਸ ਪ੍ਰੈਸ ਕਾਨਫਰੰਸ ਦੌਰਾਨ ਬਰਜਿੰਦਰ ਕੌਰ ਨੇ ਕਿਹਾ ਕਿ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਨਵੇਂ ਆਦੇਸ਼ ਦਿੱਤੇ ਗਏ ਸਨ, ਜਿਸ ਦੇ ਵਿੱਚ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਇੱਕ ਮੁੱਖ ਮੈਂਬਰ ਬਣਾਇਆ ਗਿਆ ਸੀ, ਜੋ ਕਿ ਬਿਲਕੁਲ ਗਲਤ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਹਿੰਦਾ ਹੈ ਕਿ ਉਹ ਚੋਣਾਂ ਵਿੱਚ ਧਰਮ ਨੂੰ ਨਹੀਂ ਲੈਂਦੇ। ਇਹ ਗੱਲਾਂ ਤਾਂ ਰਹੀਆਂ ਸਿਆਸਤ ਦੀਆਂ, ਪਰ ਹੁਣ ਗੱਲ ਕਰਦੇ ਹਾਂ ਉਸ ਅਸਲ ਮਸਲੇ ਦੀ ਜਿਸ ਨੇ ਕੌਮ ਵਾਸਤੇ ਦਿੱਤੀਆਂ ਗਈਆਂ ਕੁਰਬਾਨੀਆਂ ਤੇ ਹੀ ਮਿੱਟੀ ਪਾ ਦਿੱਤੀ। ਪ੍ਰੋਫੈਸਰ ਬਰਜਿੰਦਰ ਕੌਰ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਹਿਮਾਇਤ ਕੀਤੀ ਹੈ ਕਿ ਜੇਕਰ ਸਰਕਾਰਾਂ ਸਾਨੂੰ ਖਾਲਿਸਤਾਨ ਦਿੰਦੀਆਂ ਨੇ ਤਾਂ ਅਸੀਂ ਜ਼ਰੂਰ ਲਵਾਂਗੇ, ਇਸ ਦੀ ਨਖੇਦੀ ਕਰਦਿਆਂ ਹੋਇਆਂ ਪ੍ਰੋਫੈਸਰ ਬਰਜਿੰਦਰ ਕੌਰ ਨੇ ਕਿਹਾ ਕਿ ਸਾਨੂੰ ਕੋਈ ਖਾਲਿਸਤਾਨ ਨਹੀਂ ਚਾਹੀਦਾ ਅਤੇ ਉਹਨਾਂ ਆਮ ਆਦਮੀ ਪਾਰਟੀ ਦਾ ਸਟੈਂਡ ਕਲੀਅਰ ਕੀਤਾ ਕਿ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਦਿੱਤਾ ਬਿਆਨ ਬਿਲਕੁਲ ਨਿੰਦਣਯੋਗ ਹੈ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਪਰਿਵਾਰ ਨੇ ਵੀ ਖਾਲਿਸਤਾਨ ਵਾਸਤੇ ਸ਼ਹਾਦਤਾਂ ਦਿੱਤੀਆਂ ਨੇ ਤਾਂ ਕਿਤੇ ਨਾ ਕਿਤੇ ਆਪਣੇ ਪੁਰਖਿਆਂ ਨੂੰ ਗਲਤ ਠਹਿਰਾਉਂਦਿਆਂ ਹੋਇਆਂ ਪ੍ਰੋਫੈਸਰ ਬਰਜਿੰਦਰ ਕੌਰ ਨੇ ਕਿਹਾ ਕਿ ਜੇਕਰ ਮੈਂ ਖਾੜਕੂਆਂ ਘਰ ਜੰਮੀ ਤਾਂ ਉਹਦੇ ਵਿੱਚ ਮੇਰਾ ਕੀ ਕਸੂਰ ਹੈ, ਜਿਸ ਤੋਂ ਬਾਅਦ ਸਿੱਖ ਜਗਤ ਵਿੱਚ ਹਰ ਪਾਸਿਓਂ ਇਸ ਦੀ ਘੋੜ ਨਿੰਦਾ ਕੀਤੀ ਜਾ ਰਹੀ ਹੈ। ਹਰ ਕੋਈ ਆਪਣੇ ਤਰੀਕੇ ਇਸ ਬਿਆਨ ਦੀ ਨਖੇਦੀ ਕਰ ਰਿਹਾ ਹੈ ਤੇ ਪ੍ਰੋਫੈਸਰ ਬਰਜਿੰਦਰ ਕੌਰ ਹੁਣ ਹਰ ਕਿਸੇ ਦੇ ਨਿਸ਼ਾਨੇ ਤੇ ਹੈ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਆਖਿਰ ਇਸ ਸਾਰੇ ਮਸਲੇ ਦੇ ਉੱਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਕੀ ਬੋਲੇ ਤੇ ਉਸ ਤੋਂ ਬਾਅਦ ਤੁਹਾਨੂੰ ਪ੍ਰੋਫੈਸਰ ਬਰਜਿੰਦਰ ਕੌਰ ਦੀ ਵੀ ਸਾਰੀ ਪ੍ਰੈਸ ਕਾਨਫਰੰਸ ਦਿਖਾਉਂਦੇ ਹਾਂ ਕਿ ਕਿੱਦਾਂ ਇਹਨਾਂ ਨੇ ਆਪਣੀ ਕੌਮ ਵਾਸਤੇ ਸ਼ਹਾਦਤਾਂ ਦੇਣ ਵਾਲੇ ਆਪਣੇ ਹੀ ਟੱਬਰ ਦੇ ਸ਼ਹੀਦਾਂ ਦੀ ਸ਼ਹਾਦਤ ਦੀ ਮਿੱਟੀ ਪਲੀਤ ਕਰਨ ਦੀ ਕੋਸ਼ਿਸ਼ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਮੈਂ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ ਆ। ਪਿਛਲੇ ਦਿਨੀ ਬੜੀ ਚਰਚਾ ਹੋਈ ਸੀ ਇਸ ਗੀਤ ਤੇ, ਵੀਰ ਸਿੰਘ ਨੇ ਲਿਖਿਆ ਸੀ ਤੇ ਰਣਜੀਤ ਬਾਵੇ ਨੇ ਗਾਇਆ ਸੀ। ਹੁਣ ਦੁਬਾਰਾ ਫਿਰ ਚਰਚਾ ਸ਼ੁਰੂ ਹੋ ਗਈ ਸੋਸ਼ਲ ਮੀਡੀਆ ਤੇ ਜਦੋਂ ਪ੍ਰੋਫੈਸਰ ਬਰਜਿੰਦਰ ਕੌਰ ਨੇ ਇਹ ਬਿਆਨ ਦੇ ਦਿੱਤਾ ਕਿ ਜੇ ਮੈਂ ਖਾੜਕੂਆਂ ਘਰ ਜੰਮੀ ਤੇ ਮੇਰਾ ਕੀ ਕਸੂਰ ਆ। ਵਾਕਿਆ ਹੀ ਬੀਬਾ ਤੇਰਾ ਕੋਈ ਕਸੂਰ ਨਹੀਂ ਤੇ ਸਿੱਖ ਕੌਮ ਦਾ ਵੀ ਕੋਈ ਕਸੂਰ ਨਹੀਂ ਸੀ। ਇਹ ਉਸ ਵੇਲੇ ਦੀ ਜ਼ਾਲਮ ਹਕੂਮਤ ਦਾ ਕਸੂਰ ਸੀ ਜਿਸ ਨੇ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ ਤੇ ਦਹਿਸ਼ਤਗਰਦ ਕਹਿ ਕੇ ਸ਼ਹੀਦ ਕੀਤਾ। ਤੇ ਸਾਨੂੰ ਉਸ ਵੇਲੇ ਜੋ ਸਾਡੇ ਨਾਲ ਦੁਖਾਂਤ ਵਾਪਰਿਆ ਉਸ ਬਾਰੇ ਡਟ ਕੇ ਦੁਨੀਆ ਸਾਹਮਣੇ ਕਹਿਣਾ ਚਾਹੀਦਾ ਹੈ ਕਿ ਸਾਡੇ ਉੱਤੇ ਜ਼ੁਲਮ ਹੋਇਆ, ਤਸ਼ੱਦਦ ਹੋਇਆ,
ਸਾਨੂੰ ਮਾਰਿਆ ਗਿਆ। ਪਰ ਆਪਣੇ ਚਾਚਾ ਜੀ ਦੀ ਸ਼ਹਾਦਤ ਨੂੰ ਔਰ ਆਪਣੇ ਪਿਤਾ ਆਪਣੇ ਪਰਿਵਾਰ ਦੇ ਨਾਲ ਜੋ ਕੁਝ ਉਸ ਵੇਲੇ ਵਾਪਰਿਆ ਉਸ ਤੋਂ ਮੂੰਹ ਮੋੜਨਾ, ਮੈਂ ਸਮਝਣਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਦਾ ਵੀ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਤੇਰੇ ਵਰਗੇ ਹੋਰ ਵੀ ਬਹੁਤ ਆਗੂ ਹੈਗੇ ਨੇ ਜਿਨ੍ਹਾਂ ਦਾ ਸਬੰਧ ਉਸ ਵੇਲੇ ਖਾੜਕੂ ਸੰਘਰਸ਼ ਦੇ ਨਾਲ ਰਿਹਾ, ਅਤੇ ਕੀ ਉਹ ਵਿਚਾਰਧਾਰਾ ਇੰਨੀ ਮਾੜੀ ਸੀ ਕਿ ਜਿਸ ਤੋਂ ਅੱਜ ਬਚਣ ਲਈ ਆਪਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਖਾੜਕੂਆਂ ਘਰ ਜੰਮੀ ਤੇ ਮੇਰਾ ਕੀ ਕਸੂਰ ਆ। ਸੋ ਇਸ 'ਤੇ ਸੋਚਣ ਤੇ ਵਿਚਾਰਨ ਦੀ ਲੋੜ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਵਧੀਆ ਗੱਲ ਤੁਸੀਂ ਛੱਡੀ ਹੈ ਕਿ ਉਹਨਾਂ ਨੂੰ ਕੋਲ ਕਮੇਟੀ ਦਾ ਮੈਂਬਰ ਲਿਆ, ਬਟ ਤੁਸੀਂ ਇੱਕ ਗੱਲ ਨੂੰ ਟੱਚ ਨਹੀਂ ਕੀਤਾ, ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ ਆਇਆ ਤੇ ਲੌਂਗੋਵਾਲ ਜੀ ਦਾ ਬਿਆਨ ਆਇਆ ਖਾਲਿਸਤਾਨ ਦੇ ਸਿੱਧਮ ਸਿੱਧਾ ਮੰਨ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹ ਵੀ ਇਸੇ ਨਾਲ ਜੁੜਿਆ ਹੋਇਆ ਕਿਉਂਕਿ ਅਕਾਲੀ ਦਲ ਨੇ ਉਹਦੇ ਤੇ ਵੀ ਜ਼ਬਾਨ ਨਹੀਂ ਖੋਲ੍ਹੀ। ਕੋਰਿਲੇਟਡ ਹੈਗਾ ਉਹ ਬਿਆਨ, ਇਹ ਤਾਂ ਸਾਫ਼ ਹੀ ਸਪਸ਼ਟ ਹੈ। ਜਦੋਂ ਜਿਸ ਸੰਸਥਾ ਨੂੰ ਇਹ ਮੰਨਿਆ ਜਾਂਦਾ ਲੋਕਾਂ ਦੀ ਫੀਲਿੰਗ ਦੇ ਵਿੱਚ ਕਿ ਉਹ ਆਜ਼ਾਦ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਜਿਹੜੇ ਜੋ ਗੁਰਦੁਆਰਾ ਸਾਹਿਬ ਉਸ ਸੰਸਥਾ ਦੇ ਅੰਡਰ ਆਉਂਦੇ ਆ ਤੇ ਜਿਹੜੇ ਉਹਨਾਂ ਦੇ ਜਥੇਦਾਰ ਸਾਹਿਬ ਨਿਯੁਕਤ ਕੀਤੇ ਜਾਂਦੇ ਆ, ਤੇ ਜਾਂ ਫਿਰ ਉਹ ਕੀ ਬੋਲਦੇ ਆ ਤਾਂ ਸਪਸ਼ਟ ਆ ਕਿ ਉਹ ਨਹੀਂ ਬੋਲ ਰਹੇ, ਉਹਨਾਂ ਪਿੱਛੇ ਬਾਦਲ ਪਰਿਵਾਰ ਬੋਲਦੇ। ਇਹਦਾ ਬੈਟਰ ਆਨਸਰ ਸਾਨੂੰ ਬਾਦਲ ਸਾਹਿਬ ਆਪ ਦੇਖ ਸਕਦੇ ਆ ਕਿ ਉਹਨਾਂ ਨੇ ਇਹ ਅਗਰ ਗੱਲ ਕੀਤੀ ਹੈ ਖਾਲਿਸਤਾਨ ਦੀ ਤਾਂ ਉਹ ਕੀ ਰੀਜ਼ਨ ਆ ਕਿਉਂ ਉਹਨਾਂ ਨੇ ਗੱਲ। ਆਪ ਕਿੱਥੇ ਖੜੀ ਹੈ ਜੀ ਇਸ ਮੈਟਰ ਤੇ? ਆਪ ਵੱਲੋਂ ਕੀ ਮੰਗਿਆ ਵੀ ਇਹ ਗਲਤ ਹੈ ਜਾਂ ਸਹੀ ਹੈ ਗਿਆਨੀ ਹਰਪ੍ਰੀਤ ਸਿੰਘ ਦੇਖੋ, ਦੇ ਬਿਆਨ? ਅਸੀਂ ਇੱਕ ਸੰਵਿਧਾਨਿਕ ਪੋਸਟ ਤੇ ਹੈਗੇ ਕਿ ਕੋਈ ਇਹੋ ਜਿਹੀ ਗੱਲ ਕਰੀਏ ਕਿ ਸਾਡੇ ਦੇਸ਼ ਦਾ ਜਿਹੜੀ ਇੱਕ ਪੀਸ ਸ਼ਾਂਤੀ ਭੰਗ ਹੋਵੇ, ਇਹ ਮਤਲਬ ਹੀ ਨਹੀਂ ਬਣਦਾ। ਪਰ ਜਿਹੜਾ ਗੱਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੀਤੀ ਹੈ ਉਹਦਾ ਸਪਸ਼ਟੀਕਰਨ ਤਾਂ ਬਾਦਲ ਸਾਹਿਬ ਆਪ ਦੇ ਸਕਦੇ। ਨਹੀਂ ਗੱਲ ਪ੍ਰੋਫੈਸਰ ਸਾਹਿਬ, ਤੁਸੀਂ ਇੱਕ ਗੱਲ ਕਰਦੇ ਹੋ ਵੀ ਉਹਨਾਂ ਨੂੰ ਕੋਰ ਕਮੇਟੀ ਦਾ ਮੈਂਬਰ ਬਣਾਤਾ, ਵੀ ਉਹ ਸਿਆਸੀਕਰਨ ਕਰਤਾ, ਦੂਜੇ ਪਾਸੇ ਉਹਨਾਂ ਦਾ ਐਡਾ ਵੱਡਾ ਬਿਆਨ ਆਉਂਦਾ ਹੈ, ਉਸ ਤੇ ਫਿਰ ਪਾਰਟੀ ਦਾ ਸਟੈਂਡ ਵੀ ਕਲੀਅਰ ਹੋਣਾ ਚਾਹੀਦਾ ਵੀ ਉਹ ਗਲਤ ਹੈ ਜਾਂ ਸਹੀ ਹੈ। ਤੁਸੀਂ ਉਹਦੀ ਨਿਖੇਧੀ ਕਰਦੇ ਹੋ ਜਾਂ ਉਹਦੇ ਹੱਕ 'ਚ ਖੜੇ ਹੋ? ਮੈਂ ਗੱਲ ਤਾਂ ਉੱਥੇ ਹੀ ਹੈ। ਉਹ ਤਾਂ ਆਬਵੀਅਸ ਜੀ ਗੱਲ ਆ ਕਿ ਅਸੀਂ ਜਿਹੜੀ ਇੱਕ ਦੇਸ਼ ਦੇ ਵਿੱਚ ਸ਼ਾਂਤੀ ਤੋੜਨ ਦੀ ਗੱਲ ਆਉਂਦੀ ਆ, ਆਮ ਆਦਮੀ ਪਾਰਟੀ ਇੱਕ ਸੈਕੂਲਰ ਪਾਰਟੀ ਆ, ਧਰਮਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਆ। ਪਰ ਜੇ ਕੋਈ ਆਖੇ ਕਿ ਅਸੀਂ ਧਰਮ ਦੀ ਰਾਜਨੀਤੀ ਕਰਦੇ ਹਾਂ, ਅਸੀਂ ਤਾਂ ਕੋਹਾਂ ਦੂਰ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਦੇਸ਼ ਦੇ ਵਿੱਚ ਕੋਈ ਇੱਥੇ ਲੋਕਾਂ ਦਾ ਜਿਹੜਾ ਪੀਸ ਬਣਿਆ ਹੋਇਆ ਉਹ ਟੁੱਟੇ, ਲੋਕਾਂ ਦੇ ਵਿੱਚ ਵੰਡੀਆਂ ਪਾਉਣ। ਨਹੀਂ, ਵੀ ਆਪਾਂ ਮੰਨਦੇ ਹਾਂ ਵੀ ਇਹ ਸ਼ਾਂਤੀ ਵਿਰੋਧੀ ਬਿਆਨ ਆ, ਵੀ ਇਹਦੀ ਅਸੀਂ ਨਿੰਦਾ ਕਰਦੇ ਹਾਂ। ਬਿਲਕੁਲ ਸ਼ਾਂਤੀ ਵਿਰੋਧੀ ਹੈ। ਤੁਸੀਂ ਚੁਣਾਵੀ ਨੂੰ ਲਿਖ ਕੇ ਦਿਓਗੇ? ਇੱਕ ਮਿੰਟ ਮੇਰਾ ਇਸ ਨਾਲ ਰਿਲੇਟਡ ਸਵਾਲ ਹੈਗਾ ਪਾਰਟਿਕੂਲਰ ਪ੍ਰੋਫੈਸਰ ਬਲਜਿੰਦਰ ਕੌਰ ਨੂੰ, ਜਿਸ ਦੇ ਪਰਿਵਾਰ ਨੇ ਇਸ ਫੌਜ ਨੂੰ ਲੈ ਕੇ ਸ਼ਹੀਦੀਆਂ ਵੀ ਦਿੱਤੀਆਂ। ਤੁਹਾਡੇ ਪਰਿਵਾਰ ਦੇ ਵਿੱਚੋਂ ਮਤਲਬ ਕਿ ਹੁਣ ਤੱਕ ਇਲਾਕੇ ਦੇ ਲੋਕ ਕਹਿੰਦੇ ਆ ਰਹੇ ਕਿ ਸ਼ਹੀਦ ਵੀ ਹੋਏ। ਕੀ ਮੇਰਾ ਪਰਸਨਲ ਸਵਾਲ ਹੈ ਬਲਜਿੰਦਰ ਕੌਰ ਨੂੰ, ਐਜ ਬਲਜਿੰਦਰ ਕੌਰ, ਤੁਸੀਂ ਚਾਹੁੰਦੇ ਹੋ ਕਿ ਖਾਲਿਸਤਾਨ ਜੇ ਮਿਲਦਾ ਹੈ ਤਾਂ ਲੈ ਲੈਣਾ ਚਾਹੀਦਾ ਹੈ? ਮੇਰੇ ਪਰਿਵਾਰ ਜਿਸ ਨੇ ਵਾਸਤੇ ਹਜ਼ਾਰਾਂ ਲੋਕ ਸ਼ਹੀਦ ਹੋਏ ਆ। ਮੇਰੇ ਪਰਿਵਾਰ ਨੇ ਬਿਲਕੁਲ ਸ਼ਹਾਦਤਾਂ ਦਿੱਤੀਆਂ ਨੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਮੈਂ ਜੇ ਇਸ ਗੱਲ ਨੂੰ ਕਲੀਅਰ ਕਰਾਂ ਤਾਂ ਉਸ ਵੇਲੇ ਮੇਰੀ ਉਮਰ ਬਹੁਤ ਛੋਟੀ ਸੀ। ਨਹੀਂ, ਤੁਸੀਂ ਉਸੇ ਪਰਿਵਾਰ ਨੂੰ ਤਾਂ ਬਿਲੋਂਗ ਕਰਦੇ ਹੋ। ਬਿਲੋਂਗ ਕਰਦੀ ਹਾਂ, ਇਹਦੇ 'ਚ ਮੇਰਾ ਤਾਂ ਕੋਈ ਕਸੂਰ ਨਹੀਂ। ਨਹੀਂ, ਇਹ ਕਿ ਤੁਸੀਂ, ਮੈਂ ਇਹ ਕਹਿਣਾ ਗੱਲ ਕਿ ਖਾਲਿਸਤਾਨ ਦੀ ਜਿਹੜੀ ਉਹਨੇ ਮੰਗ ਕੀਤੀ ਹੈ, ਜਿਵੇਂ ਉਹਨੇ ਮੇਰੇ ਸਾਥੀ ਨੇ ਪੁੱਛਿਆ, ਉਹ ਗਲਤ ਕੀਤੀ ਜਾਂ ਸਹੀ ਕੀਤੀ? ਮੈਨੂੰ ਪੁਆਇੰਟ ਤੇ ਆਉਣ ਦਿਓ ਨਾ। ਉਸ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ ਜਿਹਦੇ 'ਚ ਰੱਬ ਦੀ ਮਰਜ਼ੀ ਸੀ, ਮੇਰਾ ਕੋਈ ਕਸੂਰ ਨਹੀਂ। ਉਸ ਟਾਈਮ ਮੇਰੀ ਉਮਰ ਬਹੁਤ ਛੋਟੀ ਸੀ। ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਦੁਖਾਂਤ ਵਾਪਰਿਆ, ਕੋਈ ਐਸਾ ਨਹੀਂ ਚਾਹੁੰਦਾ ਸੀਗਾ ਕਿ ਉਹ ਦੁਖਾਂਤ ਪੰਜਾਬ ਦੇ ਵਿੱਚ ਵਾਪਰ ਗਿਆ, ਪਰ ਅਨਫੋਰਚੂਨੇਟਲੀ ਵਾਪਰ ਗਿਆ, ਜਿਹਦੀ ਜਵਾਬਦੇਹੀ ਅੱਜ ਕਿਸੇ ਕੋਲ ਵੀ ਨਹੀਂ ਸ਼ਾਇਦ। ਪਰ ਜੇ ਤੁਸੀਂ ਉਸ ਕੜੀ ਦੇ ਨਾਲ ਅੱਜ ਮੈਨੂੰ ਜੋੜੋ ਤਾਂ ਮੇਰੇ ਖਿਆਲ ਦੇ ਨਾਲ ਬਿਲਕੁਲ ਗਲਤ ਆ, ਕਿਉਂਕਿ ਲੋਕਾਂ ਨੇ ਮੈਨੂੰ ਅੱਜ ਇੱਕ ਉਸ ਪੋਸਟ ਤੇ ਬਿਠਾਇਆ ਜਿੱਥੇ 1.5 ਲੱਖ ਲੋਕਾਂ ਦੀ ਮੈਂ ਨੁਮਾਇੰਦਗੀ ਕਰਦੀ ਹਾਂ, ਤੇ ਮੇਰਾ ਕੋਈ ਰਾਈਟ ਨਹੀਂ ਬਣਦਾ ਕਿ ਮੈਂ ਲੋਕਾਂ ਦੇ ਵਿੱਚ ਵੈਰ ਵਿਰੋਧ ਤੇ ਆਪਸ ਦੇ ਵਿੱਚ ਲੜਾਈਆਂ ਕਰਾਂ। ਮੈਡਮ ਜੀ, ਤੁਸੀਂ ਇਲੈਕਸ਼ਨ ਕਮਿਸ਼ਨ ਕੋਲ ਜਾਓਗੇ, ਸ਼ਿਕਾਇਤ ਕਰੋਗੇ ਵੀ ਧਾਰਮਿਕ ਸੰਸਥਾ ਤੇ ਰਾਜਨੀਤਿਕ ਸੰਸਥਾ ਨੂੰ ਇਕੱਠਾ ਕਰ ਰਹੀ ਹੈ? ਇਹ ਜੀ ਜਿਹੜੀ ਅੱਜ ਪੀਸੀ ਕਰਨ ਦਾ ਮਕਸਦ ਆ, ਕਿਉਂਕਿ ਸਾਡਾ ਜਰੀਆ ਤੁਸੀਂ ਸਾਰੇ ਮੀਡੀਆ ਹੋ, ਤੁਹਾਡੇ ਜਰੀਏ ਅਸੀਂ ਇਸ ਆਵਾਜ਼ ਨੂੰ ਪਹਿਲਾਂ ਪਹੁੰਚਾਉਣਾ ਚਾਹਾਂਗੇ। ਸੋ ਨੈਕਸਟ ਦੇਖਦੇ ਹਾਂ ਕੀ ਪਾਰਟੀ ਦੀ ਰਣਨੀਤੀ ਹੈ।
ਗੁਰਪਿਆਰਿਓ, ਅੰਤਤಃ ਇੱਕੋ ਹੀ ਗੱਲ ਕਹਿਣਾ ਚਾਹਾਂਗੇ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਬਹੁਤ ਸਾਰੇ ਸਿੰਘ ਸਿੰਘਣੀਆਂ ਅੱਜ ਤੱਕ ਸ਼ਹਾਦਤਾਂ ਦਾ ਜਾਮ ਪੀ ਚੁੱਕੇ ਨੇ। ਲਗਾਤਾਰ ਹੁਣ ਵੀ ਚੜ੍ਹਦੀ ਕਲਾ ਵਾਲੇ ਬਹੁਤ ਸਾਰੇ ਸਿੰਘ ਨੇ ਜੋ ਲਗਾਤਾਰ ਸਿੱਖ ਕੌਮ ਦੇ ਹੱਕ ਸੱਚ ਦੀ ਲੜਾਈ ਲੜ ਰਹੇ ਨੇ। ਕੋਈ ਨਹੀਂ ਚਾਹੁੰਦਾ ਕਿ ਨੋਹਾਂ ਨਾਲੋਂ ਮਾਸ ਅਲੱਗ ਹੋਵੇ, ਕੋਈ ਨਹੀਂ ਚਾਹੁੰਦਾ ਕਿ ਬਟਵਾਰੇ ਦੀਆਂ ਲਕੀਰਾਂ ਹੋਰ ਖਿੱਚੀਆਂ ਜਾਣ, ਪਰ ਸਰਕਾਰਾਂ ਨੂੰ ਆਪ ਵੀ ਚਾਹੀਦਾ ਹੈ, ਪ੍ਰੋਫੈਸਰ ਬਲਜਿੰਦਰ ਕੌਰ ਵਰਗੇ ਸਿਆਸਤਦਾਨਾਂ ਨੂੰ ਚਾਹੀਦਾ ਹੈ ਕਿ ਆਖਿਰ ਪੰਜਾਬ ਦੀਆਂ ਇਸ ਵੇਲੇ ਜ਼ਰੂਰਤਾਂ ਕੀ ਨੇ। ਪੰਜਾਬ ਸੋਨੇ ਦੀ ਚਿੜੀ ਤੋਂ ਕਿੱਦਾਂ ਕੰਗਾਲੀ ਦੇ ਹਾਲਾਤਾਂ ਵਿੱਚ ਆ ਕੇ ਅੱਜ ਖੜਾ ਹੋ ਗਿਆ? ਕਿਉਂ ਪੰਜਾਬ ਦੀ ਜਵਾਨੀ ਮਾਰੀ ਜਾ ਰਹੀ ਹੈ? ਕਿਉਂ ਪੰਜਾਬ ਦੀ ਕਿਸਾਨੀ ਮਾਰੀ ਜਾ ਰਹੀ ਹੈ? ਆਖਿਰ ਉਹ ਕਿਹੜਾ ਕੋਣਾ ਹੈ ਜੋ ਪੰਜਾਬ ਨੂੰ ਖਾ ਰਿਹਾ ਹੈ? ਤੇ ਕਿਉਂ ਤਰਸ ਦੇ ਆਧਾਰ ਤੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਘਰਾਂ ਚੋਂ ਟੋ ਕੇ ਨੌਜਵਾਨ ਮਾਰੇ, ਬੇਕਸੂਰਿਆਂ ਨੂੰ ਮਾਰਿਆ, ਕਤਲ ਕੀਤਾ, ਪਰ ਉਹ ਬੰਦੀ ਸਿੰਘ ਅੱਜ ਤੱਕ ਰਿਹਾ ਨਹੀਂ ਕੀਤੇ ਜਾਂਦੇ ਜਿਨ੍ਹਾਂ ਨੇ ਦਹਾਕਿਆਂ ਤੋਂ ਆਪਣੀਆਂ ਉਮਰ ਕੈਦ ਦੀਆਂ ਸਜ਼ਾਵਾਂ ਤੱਕ ਭੋਗ ਲਈਆਂ ਨੇ। ਜੇਕਰ ਸਰਕਾਰਾਂ ਘੱਟ ਗਿਣਤੀਆਂ ਦੇ ਨਾਲ ਵਿਤਕਰਾ ਨਾ ਕਰ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹਰ ਕੌਮ ਨੂੰ ਉਹਦਾ ਬਣਦਾ ਹੱਕ ਦੇਵੇ ਤਾਂ ਸ਼ਾਇਦ ਕਦੇ ਅਜਿਹੀਆਂ ਵੱਖਵਾਦੀ ਆਵਾਜ਼ਾਂ ਉੱਠਣ ਹੀ ਨਾ ਤੇ ਨਾ ਕਦੇ ਕਿਸੇ ਨੂੰ ਸ਼ਹਾਦਤਾਂ ਦੇਣੀਆਂ ਪੈਣ। ਪਰ ਕਿਤੇ ਨਾ ਕਿਤੇ ਉਹਨਾਂ ਮਾਪਿਆਂ ਨੂੰ, ਉਹਨਾਂ ਸ਼ਹੀਦਾਂ ਨੂੰ ਦੁੱਖ ਹੁੰਦਾ ਹੋਊਗਾ ਅਜਿਹੀਆਂ ਔਲਾਦਾਂ ਵੇਖ ਕੇ ਜਿਹੜੀਆਂ ਉਹਨਾਂ ਦੀਆਂ ਦਿੱਤੀਆਂ ਸ਼ਹਾਦਤਾਂ ਨੂੰ ਅੱਜ ਗਲਤ ਠਹਿਰਾ ਰਹੀਆਂ ਨੇ। ਬਲਜਿੰਦਰ ਕੌਰ ਨੂੰ ਬਲਜਿੰਦਰ ਕੌਰ, ਤੁਸੀਂ ਚਾਹੁੰਦੇ ਹੋ ਕਿ ਖਾਲਿਸਤਾਨ ਜੇ ਮਿਲਦਾ ਹੈ ਤਾਂ ਲੈ ਲੈਣਾ ਚਾਹੀਦਾ ਹੈ। ਮੇਰੇ ਪਰਿਵਾਰ ਜਿਸ ਨੇ ਵਾਸਤੇ ਹਜ਼ਾਰਾਂ ਲੋਕ ਸ਼ਹੀਦ ਹੋਏ ਆ। ਮੇਰੇ ਪਰਿਵਾਰ ਨੇ ਬਿਲਕੁਲ ਸ਼ਹਾਦਤਾਂ ਦਿੱਤੀਆਂ ਨੇ, ਇਹਦੇ 'ਚ ਕੋਈ ਦੋਰਾਵਾ ਨਹੀਂ ਹੈਗੀਆਂ। ਪਰ ਮੈਂ ਜੇ ਇਸ ਗੱਲ ਨੂੰ ਕਲੀਅਰ ਕਰਾਂ ਤਾਂ ਉਸ ਵੇਲੇ ਮੇਰੀ ਉਮਰ ਬਹੁਤ ਛੋਟੀ ਸੀ। ਨਹੀਂ, ਤੁਸੀਂ ਉਸੇ ਪਰਿਵਾਰ ਨੂੰ ਤਾਂ ਬਿਲੋਂਗ ਕਰਦੇ ਹੋ। ਬਿਲੋਂਗ ਕਰਦੀ ਹਾਂ, ਇਹਦੇ 'ਚ ਮੇਰਾ ਤਾਂ ਕੋਈ ਕਸੂਰ ਨਹੀਂ। ਨਹੀਂ, ਇਹ ਕਿ ਤੁਸੀਂ, ਮੈਂ ਇਹ ਕਹਿਣਾ ਚਾਹੁੰਦਾ ਕਿ ਖਾਲਿਸਤਾਨ ਦੀ ਜਿਹੜੀ ਉਹਨੇ ਮੰਗ ਕੀਤੀ ਹੈ, ਜਿਵੇਂ ਉਹਨੇ ਮੇਰੇ ਸਾਥੀ ਨੇ ਪੁੱਛਿਆ, ਉਹ ਗਲਤ ਕੀਤੀ ਜਾਂ ਸਹੀ ਕੀਤੀ? ਮੈਨੂੰ ਪੁਆਇੰਟ ਤੇ ਆਉਣ ਦਿਓ ਨਾ। ਉਸ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ ਜਿਹਦੇ 'ਚ ਰੱਬ ਦੀ ਮਰਜ਼ੀ ਸੀ, ਮੇਰਾ ਕੋਈ ਕਸੂਰ ਨਹੀਂ। ਉਸ ਟਾਈਮ ਮੇਰੀ ਉਮਰ ਬਹੁਤ ਛੋਟੀ ਸੀ। ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਦੁਖਾਂਤ ਵਾਪਰਿਆ, ਕੋਈ ਐਸਾ ਨਹੀਂ ਚਾਹੁੰਦਾ ਸੀਗਾ ਕਿ ਉਹ ਦੁਖਾਂਤ ਪੰਜਾਬ ਦੇ ਵਿੱਚ ਵਾਪਰ ਗਿਆ, ਪਰ ਅਨਫੋਰਚੂਨੇਟਲੀ ਵਾਪਰ ਗਿਆ, ਜਿਹਦੀ ਜਵਾਬਦੇਹੀ ਅੱਜ ਕਿਸੇ ਕੋਲ ਵੀ ਨਹੀਂ ਸ਼ਾਇਦ। ਪਰ ਜੇ ਤੁਸੀਂ ਉਸ ਕੜੀ ਦੇ ਨਾਲ ਅੱਜ ਮੈਨੂੰ ਜੋੜੋ ਤਾਂ ਮੇਰੇ ਖਿਆਲ ਦੇ ਨਾਲ ਬਿਲਕੁਲ ਗਲਤ ਆ। ਇਹਦਾ ਨਿਰੋਲ ਮਕਸਦ ਸੀਗਾ ਗੁਰਦੁਆਰਾ ਚੋਣਾਂ ਕਰਵਾਉਣੀਆਂ ਤੇ ਸਿੱਖ ਮਰਿਆਦਾ ਦੇ ਤਹਿਤ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰਨੀ ਤੇ ਸਰਬੱਤ ਦੇ ਭਲੇ ਦੇ ਤਹਿਤ ਮਾਨਵਤਾ ਦੀ ਸੇਵਾ ਕਰਨੀ, ਜਿਹੜੀ ਕਿ ਜੋ ਅੱਜ ਪ੍ਰੋਫੈਸਰ ਬਲਜਿੰਦਰ ਕੌਰ ਜੀ ਵੀ ਦੱਸ ਕੇ ਗਏ ਹੈ ਕਿ ਗੋਬਿੰਦ ਸਿੰਘ ਲੌਂਗੋਵਾਲ ਜੀ ਨੂੰ ਕੋਰ ਕਮੇਟੀ ਦਾ ਮੈਂਬਰ ਬਣਾਤਾ ਸ਼੍ਰੋਮਣੀ ਅਕਾਲੀ ਦਲ ਦਾ। ਤੋ ਉਹ ਆਪ ਹੀ ਸਪਸ਼ਟ ਕਰ ਦੇਣ ਕਿ ਇਹ ਹੁਣ ਧਾਰਮਿਕ ਪਾਰਟੀ ਹੈ ਜਾਂ ਇੱਕ ਰਾਜਨੀਤਿਕ ਪਾਰਟੀ ਹੈ, ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹੈ ਇਹ ਲੱਖਾਂ ਸਿੱਖਾਂ ਦੀਆਂ ਕੁਰਬਾਨੀਆਂ ਤੇ ਸੰਘਰਸ਼ ਤੋਂ ਬਾਅਦ ਹੋਂਦ ਵਿੱਚ ਆਈ ਸੀ। ਤੇ ਨਾ ਸਿਰਫ ਇਹ ਸਿੱਖ ਕੌਮ ਦੇ, ਮੈਂ ਕਹਿੰਦੀ ਹਾਂ ਪੂਰੀ ਲੋਕਾਈ ਦੇ ਇਹ ਦੋਸ਼ੀ ਨੇ ਜਿਹੜਾ ਕਿ ਇਹਨਾਂ ਨੇ ਰਾਜਨੀਤਿਕ ਰੰਗ ਢੰਗ ਨੂੰ ਵੀ ਵਿੱਚ ਇਨਵੋਲਵ ਕਰ ਲਿਆ। ਮੈਂ ਸਮਝਦੀ ਹਾਂ ਕਿ ਇਲੈਕਸ਼ਨ ਕਮਿਸ਼ਨ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਤੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਵੀ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਇੱਕ ਧਾਰਮਿਕ ਪਾਰਟੀ ਹੈ ਜਾਂ ਰਾਜਨੀਤਿਕ ਪਾਰਟੀ ਹੈ। ਇਹ ਇੱਕ ਧਾਰਮਿਕ ਪਾਰਟੀ ਹੈ, ਧਰਮ ਨਿਰਪੱਖ ਪਾਰਟੀ ਹੈ। ਸੋ ਬਾਕੀ ਸਾਡੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀ ਜਿੱਦਾਂ ਜੀ ਅੱਗੇ ਦੇਖੋ ਜੀ, ਜਿਹੜਾ ਗੋਬਿੰਦ ਸਿੰਘ ਜੀ ਲੌਂਗੋਵਾਲ ਜਿਹੜੇ ਕਿ ਐਸਜੀਪੀਸੀ ਦੇ ਪ੍ਰਧਾਨ ਨੇ, ਉਹਨਾਂ ਨੂੰ ਕੋਰ ਕਮੇਟੀ ਦਾ ਮੈਂਬਰ ਬਣਾਇਆ ਜਾਣਾ ਸਿੱਧਮ ਸਿੱਧ ਇਹ ਗੱਲ ਸਾਬਤ ਹੁੰਦੀ ਹੈ ਕਿ ਅਕਾਲੀ ਦਲ ਇੱਕ ਪਾਸੇ ਤਾਂ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਰਕੇ ਇਲੈਕਸ਼ਨ ਲੜਦਾ ਹੈ ਔਰ ਦੂਸਰੀ ਤਰਫ ਉਸੇ ਧਰਮ ਦੇ ਜਿਹੜੇ ਮੈਂਬਰ ਨੂੰ ਕੋਰ ਕਮੇਟੀ ਦੇ ਆਪਦੇ ਮੈਂਬਰ ਬਣਾ ਕੇ ਉਹਨਾਂ ਨੇ ਬਿਲਕੁਲ ਜੋ ਹੈ ਇੱਕ ਸਾਡੇ ਸੰਵਿਧਾਨ ਦੀ ਤੋਹੀਨ ਕੀਤੀ ਹੈ। ਕਿਉਂਕਿ ਉਹ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਉੱਪਰ ਬਾਈਬਲ ਕਲਾਂ ਗੋਲੀकांड, ਕੋਟਕਪੂਰਾ ਗੋਲੀकांड, ਜਿੱਥੇ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜੇ ਗਏ, ਅੰਗਾਂ ਨੂੰ ਪਾੜਿਆ ਗਿਆ ਔਰ ਉਹਨਾਂ ਨੂੰ ਅੱਜ ਤੱਕ ਕਲੀਨ ਚਿੱਟ ਵੀ ਦਿੱਤੀ ਗਈ ਇਸ ਪਾਰਟੀ ਨੂੰ। ਔਰ ਫਿਰ ਵੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲੋਕਾਂ ਦਾ ਗੁੱਸਾ ਕਿ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਔਰ ਅੱਜ ਤੱਕ ਇਹਨਾਂ ਕੋਈ ਕਲੀਨ ਚਿੱਟ ਨਹੀਂ ਮਿਲੀ। ਉਸ ਦੇ ਬਾਵਜੂਦ ਵੀ ਇਹ ਧੱਕੇਸ਼ਾਹੀ ਦੇ ਨਾਲ ਐਸਜੀਪੀਸੀ ਉੱਪਰ ਇਹਦਾ ਕਬਜ਼ਾ ਕੀਤਾ ਹੋਇਆ
ਔਰ ਐਸਜੀਪੀਸੀ ਦੇ ਮੈਂਬਰ ਔਰ ਉੱਥੋਂ ਦਾ ਪ੍ਰਧਾਨ ਆਪਦੀ ਜੇਬ ਦੇ ਵਿੱਚੋਂ ਕੱਢਦੇ ਆ ਔਰ ਉਹਨਾਂ ਨੂੰ ਬਾਅਦ ਦੇ ਵਿੱਚ ਕੋਰ ਕਮੇਟੀ ਦੇ ਮੈਂਬਰ ਬਣਾ ਕੇ ਉਹਨਾਂ ਨੂੰ ਆਪਦੀ ਪਾਰਟੀ ਲਈ, ਆਪਦੀ ਪਾਰਟੀ ਦੇ ਫੰਡਸ ਲਈ, ਆਪਦੀ ਪਾਰਟੀ ਦੇ ਧਰਨਿਆਂ ਦੇ ਉੱਥੇ ਲੰਗਰ ਪਹੁੰਚਾਉਣ ਦੇ ਲਈ ਯੂਜ਼ ਕੀਤਾ ਜਾਂਦਾ ਹੈ, ਜੋ ਕਿ ਸਿੱਖਾਂ ਦੀਆਂ ਭਾਵਨਾ ਨਾਲ ਬਿਲਕੁਲ ਖਿਲਵਾੜ ਹੈ ਇੱਕ ਬਹੁਤ ਵੱਡਾ। ਸੋ ਅਸੀਂ ਅੱਜ ਇੱਥੇ ਜੋ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਅੱਜ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਜੋ ਮਾਨਤਾ ਉਹ ਰੱਦ ਕੀਤੀ ਜਾਵੇ ਇਸ ਪਾਰਟੀ ਦੀ, ਕਿਉਂਕਿ ਇਹ ਨਿਰਪੱਖ ਪਾਰਟੀ ਨਹੀਂ, ਇੱਕ ਧਰਮ ਦੀ ਆੜ ਦੇ ਵਿੱਚ ਇਹ ਪਾਰਟੀ ਜੋ ਚੋਣ ਲੜਦੀ ਹੈ ਔਰ ਧਰਮ ਦੀ ਆੜ ਦੇ ਵਿੱਚ ਪੈਸਾ ਇਕੱਠਾ ਕਰ ਰਹੀ ਹੈ ਔਰ ਧਰਮ ਦੇ ਉੱਪਰ ਇਹਨਾਂ ਨੇ ਆਪਦੇ ਸਿਰਫ ਕਬਜ਼ਾ ਕੀਤਾ ਹੋਇਆ। ਕਬਜ਼ਾ ਕਰਨਾ ਇਹ ਨਹੀਂ ਕੋਈ ਲੋਕ ਉਸ ਗੱਲ ਤੇ ਖੁਸ਼ ਨੇ, ਇਹਨਾਂ ਨੇ ਸਿਰਫ ਆਪਦੀ ਜੇਬ ਦੇ ਵਿੱਚੋਂ ਪ੍ਰਧਾਨ ਕੱਢਦੇ, ਆਪਦੀ ਜੇਬ ਦੇ ਵਿੱਚੋਂ ਮੈਂਬਰ ਕੱਢਦੇ ਆ, ਉਹਨਾਂ ਨੂੰ ਬਣਾ ਕੇ ਆਪਦੇ ਕੋਰ ਕਮੇਟੀ ਦੇ ਮੈਂਬਰ ਬਣਾਉਂਦੇ ਆ ਔਰ ਉੱਥੋਂ ਦਾ ਜੋ ਸਾਰਾ ਫੰਡਸ ਆ ਉਹਨੂੰ ਯੂਟੀਲਾਈਜ਼ ਕਰਦੇ ਆ। ਸੋ ਅਸੀਂ ਇਹ ਮੰਗ ਕਰਦੇ ਆ ਕਿ ਇਹਨਾਂ ਦੀ ਜੋ ਮਾਨਤਾ ਰੱਦ ਹੋਣੀ ਚਾਹੀਦੀ ਹੈ। ਸੋ ਅਸੀਂ ਅੱਜ ਸਾਡਾ ਪ੍ਰੈਸ ਕਾਨਫਰੰਸ ਕਰਨ ਦਾ ਇਹੀ ਮਕਸਦ ਸੀਗਾ ਕਿ ਆਪਦਾ ਇਹਨਾਂ ਨੇ ਜੋ ਹੈ ਅੱਜ ਬਿਲਕੁਲ ਸਹੀ ਚਿਹਰਾ ਅਕਾਲੀ ਦਲ ਨੇ ਸਾਹਮਣੇ ਲਿਆਂਦਾ ਹੈ ਕਿ ਉਹ ਇੱਕ ਧਰਮ ਨਿਰਪੱਖ ਪਾਰਟੀ ਨਹੀਂ, ਉਹ ਧਰਮ ਦੀ ਆੜ ਦੇ ਵਿੱਚ ਜੋ ਸਾਰਾ ਕੁਝ ਕਰ ਰਹੀ ਹੈ, ਧਰਮ ਦੀ ਆੜ ਦੇ ਵਿੱਚ ਲੋਕਾਂ ਨੂੰ ਜੋ ਹੈ ਹਿਪਨੋਟਾਈਜ਼ ਕਰਕੇ ਲੋਕਾਂ ਨੂੰ ਜੋ ਹੈ ਆਪਣੇ ਉਲਝਾ ਕੇ ਸਾਰਾ ਜੋ ਆਪਦਾ ਸਿਸਟਮ ਇਹਨਾਂ ਨੇ ਸੈੱਟ ਕੀਤਾ ਹੋਇਆ। ਪ੍ਰੋਫੈਸਰ ਸਾਹਿਬ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿ ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਨੇ, ਉਹਨਾਂ ਨੂੰ ਕੋਰ ਕਮੇਟੀ ਦਾ ਵੀ ਮੈਂਬਰ ਬਣਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ 1920 ਦੇ ਵਿੱਚ ਹੋਂਦ ਦੇ ਵਿੱਚ ਆਈ ਸੀਗੀ, ਜਿਹਦਾ ਕਿ ਨਿਰੋਲ ਮਕਸਦ ਧਾਰਮਿਕ ਇਸ਼ੂ ਸੀ, ਹੋਰ ਕੁਝ ਨਹੀਂ ਸੀ। ਇਹ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਤੇ ਸ਼ਰਧਾਂਜਲੀਆਂ ਦੇ ਨਾਲ ਬਣਿਆ। ਸਿੱਖ ਕੌਮ ਦਾ ਇੱਕ ਸਿਰਮੌਰ ਸੰਸਥਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਇਹਦਾ ਮਕਸਦ ਵੀ ਸੀਗੇ ਲੋਕਾਂ ਦੀ ਸੇਵਾ ਕਰਨਾ, ਸਿੱਖ ਮਰਿਆਦਾ ਦੇ ਤਹਿਤ ਤੇ ਮਾਨਵਤਾ ਦੀ ਸੇਵਾ ਕਰਨਾ। ਤੇ ਪਰ ਹੁਣ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਜੀ ਤੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀ ਕੋਰ ਕਮੇਟੀ ਦੇ ਵਿੱਚ ਨਵੇਂ ਮੈਂਬਰ ਐਡ ਕੀਤੇ ਨੇ, ਗੋਬਿੰਦ ਸਿੰਘ ਲੌਂਗੋਵਾਲ ਜੀ, ਇਹਨਾਂ ਨੂੰ ਐਡ ਕਰਕੇ ਇੱਕ ਪ੍ਰਸ਼ਨ ਚਿੰਨ੍ਹ ਲਾਤਾ ਹੈ ਕਿ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਇੱਕ ਧਾਰਮਿਕ ਕਮੇਟੀ ਹੈ ਜਾਂ ਰਾਜਨੀਤਿਕ ਪਾਰਟੀ ਹੈ, ਉਹ ਦੱਸ ਦੇਣ। ਸ਼੍ਰੋਮਣੀ ਅਕਾਲੀ ਦਲ ਇੱਕ ਧਰਮ ਨਿਰਪੱਖ ਪਾਰਟੀ ਹੈ ਜਾਂ ਧਾਰਮਿਕ ਪਾਰਟੀ, ਉਹ ਵੀ ਦੱਸ ਦੇਣ। ਦੇਖੋ, ਇਲੈਕਸ਼ਨ ਕਮਿਸ਼ਨ ਨੇ ਵੀ ਇਹ ਗੱਲ ਕਹੀ ਹੈ ਕਿ ਕੋਈ ਵੀ ਧਾਰਮਿਕ ਪਾਰਟੀ ਚੋਣਾਂ ਨਹੀਂ ਲੜ ਸਕਦੀ, ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੈ, ਚਾਹੇ ਉਹ ਸੰਸਦ ਦੀਆਂ ਚੋਣਾਂ ਹੈ, ਫਿਰ ਵੀ ਇਹ ਪਾਰਟੀਆਂ ਚੋਣਾਂ ਲੜ ਰਹੀਆਂ ਨੇ। ਇਹਦਾ ਮਤਲਬ ਤਾਂ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਦੀ ਜਿਹੜੇ ਮਾਨਤਾ ਉਹ ਰੱਦ ਕਰ ਦੇਣੀ ਚਾਹੀਦੀ ਹੈ। ਇਹ ਕਿਉਂ ਚੋਣਾਂ ਲੜ ਰਹੇ ਨੇ? ਸੋ ਇਲੈਕਸ਼ਨ ਕਮਿਸ਼ਨ ਨੂੰ ਵੀ ਇੱਕ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਤੇ ਇਹਦੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ। ਤੇ ਨਹੀਂ ਤਾਂ ਫਿਰ ਅਸੀਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਜੇ ਗੋਬਿੰਦ ਸਿੰਘ ਲੌਂਗੋਵਾਲ ਜੀ ਪ੍ਰਧਾਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਤਾਂ ਉਹ ਨਹੀਂ ਤੇ ਫਿਰ ਹੁਣ ਸੁਖਬੀਰ ਸਿੰਘ ਬਾਦਲ ਜੀ ਆਪ ਹੀ ਬਣ ਬੈਠੇ ਨੇ। ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਦੀ ਸੇਵਾਦਾਰ ਬਣਾ ਲਿਆ। ਇਹ ਲੋਕਾਂ ਦੀ ਸੇਵਾਦਾਰ ਨਹੀਂ ਰਹੀ, ਇਹ ਸਿੱਖ ਕੌਮ ਦੀ ਸੇਵਾਦਾਰ ਨਹੀਂ ਰਹੀ, ਇਹ ਸ਼੍ਰੋਮਣੀ ਅਕਾਲੀ ਦਲ ਦੀ ਸੇਵਾਦਾਰ ਬਣ ਚੁੱਕੀ ਹੈ। ਸੋ ਉਹ ਸਪਸ਼ਟ ਕਰ ਦੇਣ ਕਿ ਧਾਰਮਿਕ ਪਾਰਟੀ ਹੈ ਜਾਂ ਧਰਮ ਨਿਰਪੱਖ ਪਾਰਟੀ ਹੈ। ਤੇ ਸਾਰੀ ਆਮ ਆਦਮੀ ਪਾਰਟੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮੰਗ ਪੱਤਰ ਵੀ ਭੇਜਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰ ਦਿੱਤੀ ਜਾਵੇ। ਅਕਾਲੀ ਦਲ ਤਾਂ ਹਰ ਵਾਰੀ ਕਹਿੰਦਾ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਕੋਈ ਵਜੂਦ ਹੀ ਨਹੀਂ। ਦੇਖੋ, ਵਜੂਦ ਕਿਵੇਂ ਨਹੀਂ ਹੈ? ਸਾਨੂੰ 7 ਸਾਲ ਹੋ ਗਏ ਸਾਡੀ ਪਾਰਟੀ ਨੂੰ ਆਈ ਨੂੰ, 20 MLA ਆ ਗਏ, ਸਾਡੇ MP ਸਾਹਿਬਾਨ ਨਹੀਂ ਮੈਂ ਦਿੱਲੀ ਦੇ ਵਿੱਚ ਵੀ ਅਸੀਂ ਜਿੱਤੇ ਆ, ਤਾਂ ਫਿਰ ਉਹ ਕਿਵੇਂ ਕਹਿ ਸਕਦੇ ਆ? ਬਲਕਿ ਵਜੂਦ ਉਹਨਾਂ ਦਾ ਨਹੀਂ ਹੈਗਾ ਜਿਹੜੀ ਇੰਨੀ ਨਵੀਂ ਪਾਰਟੀ ਨੇ 1920 ਦੇ ਵਿੱਚ ਬਣੀ ਪਾਰਟੀ ਨੂੰ ਹਰਾਤਾ। 1920 ਦੇ ਵਿੱਚ ਬਣੀ ਸੀ ਤੇ 2020 ਦੇ ਵਿੱਚ ਇਹ ਪਾਰਟੀ ਖਤਮ ਹੋ ਜੂਗੀ। ਇਹ ਆਪ ਹੀ ਦੇਖਣਗੇ। ਸਾਡਾ ਵਜੂਦ ਨਹੀਂ, ਇਹਨਾਂ ਦਾ ਵਜੂਦ ਖਤਮ ਹੋ ਜੂਗਾ। ਬਲਕਿ ਇਸ ਤੋਂ ਵਧੇ ਹੀ ਹੈ। ਸਾਡੇ ਕੋਲ ਹੈ ਕੀ ਸੀ ਗਵਾਉਣ ਨੂੰ? ਅਸੀਂ ਤਾਂ ਸਗੋਂ ਉਹਦੀ ਪਾਇਆ ਹੀ ਹੈ। ਗਵਾਇਆ ਤਾਂ ਇਹਨਾਂ ਨੇ ਜਿਹੜੀ ਕਿ ਇੰਨੀ ਪੁਰਾਣੀ ਪਾਰਟੀ 1920 ਦੇ ਵਿੱਚ ਬਣੀ ਸੀ ਤੇ ਸਿਰਫ 14 ਸੀਟਾਂ ਤੇ ਸਿਮਟ ਕੇ ਰਹਿ ਗਈ। ਸੋ ਵਜੂਦ ਇਹਨਾਂ ਦਾ ਦੇ ਵਿੱਚ ਕੱਲ 2 ਦਿਨ ਹੋ ਗਏ ਲਗਾਤਾਰ ਹਫ਼ਤੇ ਵਾਲੀਆਂ ਤੁਹਾਨੂੰ ਪਤਾ ਹੀ ਨਹੀਂ ਇਹਦੇ ਬਾਰੇ ਤੁਹਾਡਾ? ਦੇਖੋ, ਬਹੁਤ ਹੀ ਮੰਦਭਾਗੀ ਘਟਨਾ ਹੈ ਕਿ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਨੇ। ਆਪਾਂ ਕਿ ਇੱਕ ਪਾਸੇ ਅਸੀਂ ਕਹਿੰਦੇ ਹਾਂ, ਸਾਡੀ ਗੁਰਬਾਣੀ ਦੇ ਵਿੱਚ ਵੀ ਲਿਖਿਆ, ਸੋਕਾ ਮੰਦਾ ਆਖੀਏ ਜਿਤ ਜੰਮੇ ਰਾਜਾਨ, ਜਗਤ ਜਨਨੀ ਕਹਿੰਦੇ ਅਸੀਂ ਕੁੜੀ ਨੂੰ। ਤੇ ਦੂਸਰੇ ਪਾਸੇ ਭਰੂਣ ਹੱਤਿਆਵਾਂ ਹੋ ਰਹੀਆਂ ਨੇ। ਜਿਹੜੇ ਇਹੋ ਜਿਹੀ ਮਾਨਸਿਕਤਾ ਵਾਲੇ ਲੋਕ ਹੈ, ਉਹਨਾਂ ਨੂੰ ਤਾਂ ਸਗੋਂ ਦੀ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਇਸ ਧਰਤੀ 'ਤੇ ਕਿਵੇਂ ਆਏ ਹਾਂ, ਅਸੀਂ ਕਿਵੇਂ ਜਨਮ ਲਿਆ। ਸੋ ਜਿਹੜੇ ਇਹੋ ਜਿਹੇ ਲੋਕ ਨੇ, ਉਹਨਾਂ ਤੇ ਪੁਲਿਸ ਨੂੰ ਵੀ ਕਾਰਵਾਈ ਕਰਨੀ ਚਾਹੀਦੀ, ਸਰਕਾਰ ਨੂੰ ਵੀ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਹੈ, ਤੇ ਤਾਂ ਕਿ ਜਿਹੜੇ ਇਹੋ ਜਿਹੀ ਮਾਨਸਿਕਤਾ ਦੇ ਹੋਰ ਲੋਕ ਨੇ ਉਹ ਇਹੋ ਜਿਹੇ ਕੰਮ ਦੁਬਾਰਾ ਨਾ ਕਰ ਸਕਣ। ਬੇਸਿਕਲੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ ਬਹੁਤ ਅਹਿਮ ਮਸਲੇ ਤੇ ਇੱਥੇ ਰੱਖੀ ਗਈ ਸੀਗੀ, ਕਿਉਂਕਿ ਵੈਸੇ ਤਾਂ ਆਮ ਆਦਮੀ ਪਾਰਟੀ
ਜਿਹੜੀ ਇੱਕ ਸੈਕੂਲਰ ਪਾਰਟੀ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆ, ਬੜੇ ਲੰਬੇ ਸਮੇਂ ਤੋਂ ਸਪਸ਼ਟ ਕਰਦੀ ਆ ਰਹੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 1920 ਦੇ ਵਿੱਚ ਹੋਂਦ ਦੇ ਵਿੱਚ ਆਉਂਦੀ ਹੈ, ਜਿਹੜੀ ਟੋਟਲ ਇਸ ਗੱਲ ਤੇ ਬਲੀਵ ਕਰਦੀ ਆ ਧਰਮ ਦੇ ਨਾਂ ਤੇ, ਧਾਰਮਿਕ ਸੰਸਥਾਵਾਂ ਕਹਿੰਦਾ ਮਤਲਬ ਸਿੱਖ ਭਾਵਨਾਵਾਂ ਨੂੰ ਜੋੜ ਕੇ ਰੱਖਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ 1920 ਦੇ ਵਿੱਚ ਆਉਂਦੀ ਹੈ। ਤੇ ਜਿਹੜੇ ਇਸ ਗੱਲ ਤੇ ਖੜੇ, ਜਿਸ ਦਾ ਸੰਵਿਧਾਨ ਇਸ ਗੱਲ ਤੇ ਬਲੀਵ ਕਰਦਾ ਕਿ ਸਿਰਫ ਤੇ ਸਿਰਫ ਧਾਰਮਿਕ ਚੋਣਾਂ ਹੀ ਲੜੀਆਂ ਜਾਣਗੀਆਂ, ਕੋਈ ਵੀ ਸਿਆਸੀ ਚੋਣਾਂ ਜਿਹੜੀਆਂ ਨਹੀਂ ਲੜੀਆਂ ਜਾਣਗੀਆਂ। ਪਰ ਮੈਨੂੰ ਬਹੁਤ ਅਫਸੋਸ ਆ, ਬਹੁਤ ਦੁੱਖ ਹੁੰਦਾ ਇਸ ਗੱਲ ਦਾ ਕਿ ਜਿਸ ਗੱਲ ਨੂੰ ਅਸੀਂ ਸਪਸ਼ਟ ਕਰਦੇ ਆ ਰਹੇ ਹਾਂ ਬੜੇ ਲੰਬੇ ਸਮੇਂ ਤੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਜ਼ਾਦ ਸੰਸਥਾ ਨਹੀਂ, ਜਿਹੜੀ ਟੋਟਲੀ ਅੰਡਰ ਬਾਦਲ ਪਰਿਵਾਰ ਇਸ ਵੇਲੇ ਚੱਲ ਰਹੀ ਹੈ। ਕੱਲ੍ਹ ਹੀ ਇੱਕ ਨਵੀਂ ਡਿਵੈਲਪਮੈਂਟ ਹੁੰਦੀ ਆ ਕਿ ਗੋਬਿੰਦ ਸਿੰਘ ਲੌਂਗੋਵਾਲ, ਜਿਨ੍ਹਾਂ ਨੂੰ ਪਿਛਲੇ ਸਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਾਇਆ ਜਾਂਦਾ, ਤੇ ਕੱਲ੍ਹ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਵਜੋਂ ਚੁਣਿਆ ਜਾਂਦਾ। ਸੋ ਉਹਨਾਂ ਦੀ ਨਿਯੁਕਤੀ ਕੋਰ ਕਮੇਟੀ ਦੇ ਮੈਂਬਰ ਵਜੋਂ ਇਸ ਗੱਲ ਨੂੰ ਸਪਸ਼ਟ ਕਰ ਦਿੰਦੀ ਹੈ, ਮੋਹਰ ਲਾ ਦਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਰੱਜ ਕੇ ਸਾਡੇ ਸੰਵਿਧਾਨ ਦੀ ਤੋਹੀਨ ਕੀਤੀ ਹੈ ਤੇ ਸਾਡੇ ਸਿੱਖ ਲੋਕਾਂ ਦੀਆਂ ਫੀਲਿੰਗਸ ਦਾ, ਸਿੱਖ ਲੋਕਾਂ ਦੇ ਹਿਰਦਿਆਂ ਦਾ, ਤੇ ਜਿਸ ਕਿਸੇ ਦੀਆਂ ਵੀ ਫੀਲਿੰਗਸ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਦਾ ਰੱਜ ਕੇ ਮਜ਼ਾਕ ਬਣਾਇਆ। ਜਿਹੜੀ ਪਾਰਟੀ ਸਿਰਫ ਇਸ ਗੱਲ ਤੇ ਖੜੀ ਸੀਗੀ ਕਿ ਅਸੀਂ ਧਾਰਮਿਕ ਚੋਣਾਂ ਦੇ ਵਿੱਚ ਹੀ ਬਲੀਵ ਕਰਦੇ ਹਾਂ ਕਿ ਅਸੀਂ ਸਿਆਸੀ ਚੋਣਾਂ ਨਹੀਂ ਲੜਾਂਗੇ, ਤਾਂ ਮੇਰੀ ਇੱਥੇ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਆ, ਅੱਜ ਦੀ ਇਸ ਪੀਸੀ ਦੇ ਜ਼ਰੀਏ ਮੈਂ ਕਰਨਾ ਚਾਹੁੰਦੀ ਹਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਸ ਗੱਲ ਤੇ ਆਪਣਾ ਸਟੈਂਡ ਲਵੇ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ, ਮੇਰੇ ਖਿਆਲ ਉਹਨਾਂ ਦਾ ਟਾਈਮ ਆ ਗਿਆ ਕਿ ਉਹਨਾਂ ਦੀ ਜਿਹੜੀ ਮਾਨਤਾ ਰੱਦ ਹੋਣੀ ਚਾਹੀਦੀ ਹੈ। ਦੂਸਰੇ ਪਾਸੇ ਬੀਬਾ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਪਾਰਟੀ ਵੀ ਆਪਣਾ ਜਿਹੜਾ ਸਟੈਂਡ ਕਲੀਅਰ ਕਰਦੇ ਕਿ ਉਹ ਧਾਰਮਿਕ ਪਾਰਟੀ ਆ ਜਾਂ ਧਰਮ ਨਿਰਪੱਖ ਪਾਰਟੀ। ਤੇ ਤੀਜਾ, ਅੱਜ ਦੀ ਪੀਸੀ ਇਸ ਗੱਲ ਤੇ ਖੜੀ ਹੈ ਕਿ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ SGPC, ਉਹ ਆਪਣੀ ਪ੍ਰਧਾਨਗੀ ਨੂੰ ਰੱਖਣਾ ਚਾਹੁੰਦੇ ਆ ਸੰਭਾਲ ਕੇ, ਜਾਂ ਫਿਰ ਉਹ ਵੀ ਇਸ ਸਿਆਸਤ ਦੇ ਵਿੱਚ ਕੁੱਦਣਾ ਚਾਹੁੰਦੇ। ਮੇਰੇ ਖਿਆਲ ਜੇ ਉਹ ਸਿਆਸਤ ਦੇ ਵਿੱਚ ਕੁੱਦਣਾ ਚਾਹੁੰਦੇ, ਜਦੋਂ ਆਲਰੇਡੀ ਉਹ ਕੋਰ ਕਮੇਟੀ ਦੇ ਮੈਂਬਰ ਬਣ ਗਏ, ਤਾਂ ਉਹਨਾਂ ਨੂੰ ਵੀ ਆਪਣੇ ਇਸ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਤਾਂ ਬੇਸਿਕਲੀ ਅੱਜ ਦਾ PCA ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਜਿਹਦੀ ਇੱਕ ਆਜ਼ਾਦ ਹੋਂਦ ਵਜੋਂ ਜਿਹਨੂੰ ਜਾਣਿਆ ਜਾਂਦਾ, ਸਾਰੇ ਲੋਕ ਇਸ ਗੱਲ ਤੇ ਬਲੀਵ ਕਰਦੇ ਨੇ, ਪਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਉਸ ਧਰਮ ਦੀ ਆੜ ਲੈ ਕੇ ਲੋਕਾਂ ਦੀਆਂ ਫੀਲਿੰਗਸ ਨਾਲ ਖਿਲਵਾੜ ਕਰਦੇ ਹੋਏ ਅੱਜ ਇਸ ਪੜਾਅ ਤੱਕ ਪਹੁੰਚ ਗਿਆ। ਕਹਿਣ ਦਾ ਮਤਲਬ ਜਿਸ ਗੱਲ ਨੂੰ ਅਸੀਂ ਬਾਰ-ਬਾਰ ਸਪਸ਼ਟ ਕਰਦੇ ਆ ਰਹੇ ਸੀਗੇ, ਆਮ ਆਦਮੀ ਪਾਰਟੀ ਅੱਜ ਇੱਕ ਵਾਰੀ ਫੇਰ ਬਿੱਲੀ ਥੈਲੇ 'ਚੋਂ ਬਾਹਰ ਆ ਕੇ ਸਾਰਾ ਸ਼੍ਰੋਮਣੀ ਅਕਾਲੀ ਦਲ ਦਾ ਚਿਹਰਾ ਸਾਡੇ ਸਾਹਮਣੇ ਪੇਸ਼ ਹੋ ਗਿਆ। ਮੈਡਮ, ਨਵਜੋਤ ਸਿੱਧੂ ਦੇ ਬਾਰ-ਬਾਰ ਆ ਰਹੇ ਆਮ ਆਦਮੀ ਪਾਰਟੀ ਵਿੱਚ ਜੁਆਇਨ ਕਰ ਰਹੇ ਨੇ, ਉਹਦੇ ਬਾਰੇ ਕੀ ਕਹਿਣਾ? ਦੇਖੋ, ਹਜੇ ਉਹਨਾਂ ਬਾਰੇ ਕੋਈ ਗੱਲਬਾਤ ਨਹੀਂ ਹੋਊਗੀ, ਕੋਈ ਨਹੀਂ, ਤੇ ਕੋਈ ਅਸੀਂ ਇਹ ਮੀਡੀਆ ਤੋਂ ਹੀ ਪਤਾ ਚੱਲਦਾ ਹੁੰਦਾ ਆ ਸਾਨੂੰ ਖੁਦ ਨੂੰ ਕਿ ਨਵਜੋਤ ਸਿੱਧੂ ਆ ਰਹੇ ਆ, ਨਾ ਤਾਂ ਕੋਈ ਇੱਥੇ ਗੱਲ ਹੋਈ ਹੈ ਤੇ ਨਾ ਕੋਈ ਦਿੱਲੀ 'ਚ ਗੱਲ ਹੋਈ। ਤੇ ਜੇ ਆਉਂਦੇ ਆ ਤਾਂ ਫਿਰ ਆਪਣੀ ਪਾਰਟੀ ਅਸੀਂ ਤਾਂ ਦੇਖੋ ਸਵਾਗਤ ਕਰਦੇ ਹਾਂ, ਕਿਉਂਕਿ ਜਿਸ ਕਿਸੇ ਨੂੰ ਵੀ ਪੰਜਾਬ ਦੇ ਨਾਲ ਦਰਦ ਆ, ਪੰਜਾਬ ਦੇ ਜਿਹੜੇ ਮਰਜ਼ੀ ਕੋਨੇ 'ਚ ਬੈਠਾ ਆ, ਸਾਰਿਆਂ ਦਾ ਵੈਲਕਮ, ਬਿਨਾਂ ਕਿਸੇ ਲਾਈਕ ਸ਼ਰਤ ਤੋਂ। ਮੈਮ, ਕੱਲ ਪ੍ਰਦਰਸ਼ਨ ਕੀਤਾ ਗਿਆ ਤਲਵੰਡੀ ਸਾਬੋ 'ਚ, ਇਕੱਠ ਵੀ ਬਹੁਤ ਕੀਤਾ ਗਿਆ, ਸਮਾਜਿਕ ਦੂਰੀ ਦਾ ਵੀ ਖਿਆਲ ਨਹੀਂ ਰੱਖਿਆ ਗਿਆ, ਮਾਸਕ ਵੀ ਨਹੀਂ ਪਾਏ ਹੋਏ ਸੀ ਕਈ ਲੋਕਾਂ ਨੇ। ਦੇਖੋ ਜੀ, ਮਾਸਕ ਮੇਰੀ ਟੀਮ ਨੇ ਆਪਦੇ ਹੱਥੀਂ ਵੰਡੇ ਨੇ, ਮੇਰੇ ਖਿਆਲ ਕੋਈ ਗਲਤਫਹਿਮੀ ਰਹਿ ਗਈ ਹੋਣੀ ਹੈ। ਜਿੱਥੋਂ ਤੱਕ ਸੋਸ਼ਲ ਡਿਸਟੈਂਸਿੰਗ ਦੀ ਗੱਲ ਸੀ ਤਾਂ ਮੇਰੀ ਟੀਮ ਖੁਦ ਲੱਗੀ ਹੋਈ ਸੀਗੀ, ਸਾਰਿਆਂ ਨੂੰ ਦੂਰ ਬਿਠਾਇਆ। ਜਿਸ ਪੰਜਾਬ ਦੇ ਲੋਕਾਂ ਨੇ, ਮੈਂ ਕਹਿੰਦੀ ਹਾਂ ਵੀ ਇਸ ਕਰਫਿਊ ਦੀ ਪਾਲਣਾ ਬੜੇ ਆਪਣੇ ਠਰੰਬੇ ਨਾਲ ਕੀਤੀ ਸੀਗੀ, ਤੇ ਉੱਥੇ ਸਰਕਾਰ ਦੇ ਵੀ ਫਰਜ਼ ਬਣਦੇ ਸੀਗੇ ਕਿ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ ਜਾਵੇ। ਲੋਕਾਂ ਦੇ ਘਰਾਂ ਤੱਕ ਰਾਸ਼ਨ ਨਹੀਂ ਪਹੁੰਚਿਆ, ਲੋਕਾਂ ਦੇ ਬਣਦੇ ਜਿਹੜੇ ਕਾਰਡ ਸੀਗੇ ਉਹ ਕੱਟ ਕਰ ਦਿੱਤੇ। ਸਾਡਾ ਜੀ ਨਹੀਂ ਕਰਦਾ ਸੀਗਾ ਕਿ ਇਸ ਲਾਕਡਾਊਨ ਦੇ ਵਿੱਚ ਅਸੀਂ ਕੋਈ ਧਰਨੇ 'ਤੇ ਬੈਠੀਏ ਜਾਂ ਅਸੀਂ ਕੋਈ ਇਹੋ ਜਿਹੀ ਗੱਲਬਾਤ ਕਰੀਏ, ਪਰ ਮਜਬੂਰੀ ਇਹ ਸੀਗੀ ਕਿ ਜਦੋਂ ਵੀ ਅਸੀਂ ਜਾਂਦੇ ਸੀ, ਪਿਛਲੇ 3.5 ਸਾਲਾਂ ਤੋਂ ਲੋਕਾਂ ਦੀ ਇੱਕੋ ਆਵਾਜ਼ ਸੀਗੀ ਕਿ ਸਾਡੇ ਕਾਰਡ ਕੱਟ ਦਿੱਤੇ, ਸਾਨੂੰ ਰਾਸ਼ਨ ਨਹੀਂ ਮਿਲਿਆ। ਰਹਿੰਦਾ ਖੂੰਦਾ ਜਿਹੜਾ ਦਿਵਾਲਾ ਸੀਗਾ ਲੋਕਾਂ ਦਾ, ਉਹ ਇਸ ਕਰਫਿਊ ਦੇ ਟਾਈਮ ਵਿੱਚ ਕੱਟ ਦਿੱਤਾ ਗਿਆ।
ਸੋ ਉਹਨਾਂ ਦੀ ਆਵਾਜ਼ ਨੂੰ ਲੈ ਕੇ ਪ੍ਰੋਪਰ ਪ੍ਰੀਕਾਸ਼ਨਸ ਫੋਲੋ ਕਰਦੇ ਹੋਏ ਅਸੀਂ ਕੱਲ ਧਰਨੇ ਤੇ। ਹੁਣ 3 ਸਾਲ ਲੰਘ ਗਏ, ਉਸ ਤੋਂ ਬਾਅਦ ਹੀ ਕਿਉਂ ਯਾਦ ਆਇਆ? ਪਹਿਲਾਂ ਨਹੀਂ ਹੋ ਸਕਦਾ ਇਹ ਪ੍ਰਦਰਸ਼ਨ? ਇਲੈਕਸ਼ਨ ਹੋਣ ਵਾਲੇ ਨੇੜੇ, ਤਾਂ ਕਰਕੇ ਪ੍ਰਦਰਸ਼ਨ। ਇਲੈਕਸ਼ਨਾਂ ਤਾਂ ਭਾਈ ਮੇਰੇ ਵੀਰ ਹਜੇ ਤਾਂ 2 ਸਾਲ ਪਏ ਨੇ, 2 ਸਾਲ ਹਜੇ ਪੌਣੇ 2 ਸਾਲ ਇਲੈਕਸ਼ਨ ਦੇ ਵਿੱਚ ਪਏ ਨੇ, ਤੇ ਸਰਕਾਰ 3.5 ਸਾਲਾਂ ਤੋਂ ਕੀ ਸੁੱਤੀ ਪਈ ਸੀ? ਫਿਰ ਸਰਕਾਰ ਲੋਕਾਂ ਦੇ ਰਾਸ਼ਨ ਕਾਰਡ ਜਿਹੜੇ ਲਾਉਂਦੀ, ਘਰਾਂ 'ਚ ਰਾਸ਼ਨ ਪਹੁੰਚਾਉਂਦੀ, ਸਾਨੂੰ ਲੋੜ ਹੀ ਨਹੀਂ ਪੈਂਦੀ ਸੀ ਧਰਨੇ ਲਾਉਣ ਦੀ। ਔਰ ਜਿੱਦ ਤੱਕ ਐਮਐਲਏ ਸਾਹਿਬ ਵੀ ਗੱਲ ਕਰਦੇ ਸੀ ਕਿ ਸਾਡਾ ਤਾਂ ਇਹੀ ਹੈ ਕਿ ਅਸੀਂ ਹਰ ਮਸਲੇ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਪਹਿਲਾ ਫਰਜ਼ ਹੈ ਸਾਡਾ ਆਵਾਜ਼ ਚੱਕਣਾ। ਜੋ ਉਸ ਆਵਾਜ਼ ਤੇ ਐਕਸ਼ਨ ਨਹੀਂ ਹੋਊਗਾ ਤਾਂ ਅਸੀਂ ਤਾਂ ਫਿਰ ਸੜਕਾਂ ਤੇ ਉਤਰਾਂਗੇ। ਜਥੇਦਾਰ ਸਾਹਿਬ ਜੀ ਦੇ ਬਿਆਨ ਆਇਆ ਖਾਲਿਸਤਾਨ ਨੂੰ ਲੈ ਕੇ, ਉਸ ਨੂੰ ਆਮ ਆਦਮੀ ਪਾਰਟੀ ਨੇ ਦੇ ਉਹ ਬਿਆਨ ਤਾਂ ਮੈਂ ਸਪਸ਼ਟ ਕਰ ਦਿੱਤਾ ਕਿ ਉਹ ਬਿਆਨ ਉਹਨਾਂ ਦਾ ਨਹੀਂ, ਬੇਸਿਕਲੀ ਉਹਨਾਂ ਦੀ ਪਿੱਠ ਤੇ ਬੈਠੇ ਬਾਦਲ ਪਰਿਵਾਰ, ਸ਼੍ਰੋਮਣੀ ਅਕਾਲੀ ਦਲ ਬੋਲ ਰਿਹਾ। ਬੈਟਰ ਸਪਸ਼ਟੀਕਰਨ ਬਾਦਲ ਸਾਹਿਬ ਦੇ ਸਕਦੇ। ਨਹੀਂ, ਤੁਸੀਂ ਉਹਦੇ ਖਿਲਾਫ ਹੋ ਵੀ ਹੱਕ ਚ ਬਿਆਨ ਦੇ? ਮੈਂ ਬਾਈ ਇੱਕ ਸੰਵਿਧਾਨਿਕ ਪੋਸਟ ਤੇ ਹਾਂ ਤੇ ਕੋਈ ਮਤਲਬ ਨਹੀਂ ਬਣਦਾ ਕਿ ਅਸੀਂ ਲੋਕਾਂ ਦੇ ਵਿੱਚ ਭੇਦਭਾਵ ਪਾਈਏ ਤੇ ਲੋਕਾਂ ਦੇ ਵਿੱਚ ਅਸੀਂ ਇੱਥੇ ਦੰਗੇ ਕਰਾ ਦਈਏ। ਇਦਾਂ ਦਾ ਮਤਲਬ ਹੀ ਨਹੀਂ ਬਣਦਾ। ਖਾਲਿਸਤਾਨ ਮੰਗ ਕਰਦੇ ਹੋ, ਉਹਦੇ ਸਮਰਥਨ, ਤੁਸੀਂ ਖਾਲਿਸਤਾਨ ਦੇ ਸਮਰਥਨ? ਇਹ ਤਾਂ ਬੈਟਰ ਉਹੀ ਦੱਸ ਸਕਦਾ, ਤੁਹਾਨੂੰ ਦੱਸ ਦਿੱਤਾ ਕਿ ਸਾਡਾ ਤਾਂ ਮਤਲਬ ਹੀ ਨਹੀਂ। ਆਮ ਆਦਮੀ ਪਾਰਟੀ ਇੱਕ ਸੈਕੂਲਰ ਪਾਰਟੀ ਆ, ਠੀਕ ਹੈ। ਅਸੀਂ ਕਦੇ ਧਰਮ ਦੀ ਓੜ ਲੈ ਕੇ, ਠੀਕ ਆ, ਧਰਮਾਂ ਦਾ ਅਸੀਂ ਰਿਸਪੈਕਟ ਕਰਦੇ ਹਾਂ। ਇਟ ਡਜ਼ਨਟ ਮੀਨ ਕਿ ਅਸੀਂ ਧਰਮ ਨੂੰ ਆਪਣਾ ਓੜ ਲੈ ਕੇ ਤੇ ਲੋਕਾਂ ਦੇ ਵਿੱਚ ਪੋਲਿਟਿਕਸ ਕਰੀਏ, ਮਤਲਬ ਨਹੀਂ ਬਣਦਾ। ਬਿਆਨ ਦੀ ਨਿੰਦਾ ਕਰਦੇ ਹੋ ਤੁਸੀਂ, ਉਹਨਾਂ ਦੇ ਬਿਆਨ ਦੀ ਨਿੰਦਾ ਕਰਦੇ ਹੋ? ਤੇ ਨਿੰਦਨਯੋਗ ਹੀ ਆ ਬਿਆਨ, ਇਹ ਨਿੰਦਨਯੋਗ ਹੈ ਬਿਲਕੁਲ। ਹੁਣ 2017 ਚ ਕੇਜਰੀਵਾਲ ਸਾਹਿਬ ਮੋਗਾ ਠਹਿਰੇ ਸੀ, ਉਦੋਂ ਅਕਾਲੀ ਦਲ ਕਹਿੰਦੇ ਸੀ ਆਪ ਦੇ ਗਰਦਲੀਆਂ ਨਾਲ ਤੁਸੀਂ 1 ਮਿੰਟ ਦਾ ਬੋਲ। 1 ਮਿੰਟ ਦਾ ਸਵਾਲ। 2017 ਵਿਧਾਨ ਸਭਾ ਚੋਣ ਵੇਲੇ ਮੋਗਾ 'ਚ ਜਦੋਂ ਠਹਿਰੇ ਸੀ ਕੇਜਰੀਵਾਲ ਸਾਹਿਬ, ਉਦੋਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਇਹੀ ਗੱਲ ਕਰਦਾ ਸੀ। ਅਕਾਲੀ ਦਲ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਅਕਾਲੀ ਦਲ ਕੀ ਕਹਿੰਦਾ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਸਾਡੀ ਜਵਾਬਦੇਹੀ ਲੋਕਾਂ ਤਾਂ ਹੀ ਆ, ਪਬਲਿਕ ਸਾਡੇ ਤੋਂ ਕੀ ਮੰਗ ਕਰਦੀ ਆ, ਸਾਡਾ ਰਿਸਪੌਂਸ ਆ ਜਿਹੜਾ ਉਹ ਲੋਕਾਂ ਦੇ। ਸਾਡੇ ਬੜੇ ਛੋਟੇ ਜਿਹੇ ਸੱਦੇ ਪੱਤਰ ਤੇ ਇੱਥੇ ਪਹੁੰਚੀ, ਹਰ ਵਾਰ ਦੀ ਤਰ੍ਹਾਂ ਸਾਰਿਆਂ ਨੂੰ ਮੈਂ ਵੈਲਕਮ ਕਰਦੀ ਹਾਂ, ਸਾਰਿਆਂ ਦਾ ਅਸੀਂ ਥੈਂਕ ਯੂ ਕਰਦੇ ਹਾਂ ਕਿ ਜਦੋਂ ਵੀ ਤੁਹਾਨੂੰ ਮੈਸੇਜ ਦਿੰਦੇ ਆ ਤਾਂ ਤੁਸੀਂ ਬੜੇ ਸ਼ਾਰਟ ਟਾਈਮ ਦੇ ਵਿੱਚ ਸਾਡੇ ਕੋਲ ਇੱਥੇ ਪਹੁੰਚਦੇ ਹੋ। ਸੋ ਮੇਰੇ ਨਾਲ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਇੱਥੇ ਮੌਜੂਦ ਹੈ। ਐਮਐਲਏ ਸਾਹਿਬ ਰੁਪਿੰਦਰ ਕੌਰ ਜੀ ਬਠਿੰਡਾ ਦਿਹਾਤੀ ਤੋਂ, ਸਾਡੇ ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ ਜੀ, ਅਨਿਲ ਠਾਕੁਰ ਜੀ, ਤੇ ਸਾਡੇ ਨਾਲ ਮਾਸਟਰ ਜਗਸੀਰ ਜੀ, ਰਾਕੇਸ਼ ਪੁਰੀ, ਸਾਰੀ ਟੀਮ ਇੱਥੇ ਪਹੁੰਚੀ ਹੋਈ ਹੈ, ਮਨਜੀਤ ਜੀ। ਸੋ ਅੱਜ ਦਾ ਇੱਕ ਬਹੁਤ ਜਿਹੜਾ ਅਹਿਮ ਮਸਲਾ ਜਿਹਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਆ, ਖੈਰ ਆਮ ਆਦਮੀ ਪਾਰਟੀ ਪਿਛਲੇ ਲੰਬੇ ਦਹਾਕੇ ਤੋਂ ਇਸ ਗੱਲ ਨੂੰ ਸਪਸ਼ਟ ਕਰਦੀ ਆਈ ਹੈ, ਇਸ ਗੱਲ ਨੂੰ ਲੋਕਾਂ ਦੇ ਸਾਹਮਣੇ ਰੱਖਦੀ ਆਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 1920 ਦੇ ਵਿੱਚ ਹੋਂਦ 'ਚ ਆਉਂਦੀ ਹੈ, ਤੇ ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੋਂਦ 'ਚ ਆਉਣ ਦੇ ਨਾਲ ਕਹਿੰਦਾ ਮਤਲਬ ਉਹ ਕਮੇਟੀ ਉਹ ਸੰਸਥਾ ਆ ਜਿਹੜੇ ਸਾਰੇ ਸਿੱਖ ਲੋਕਾਂ ਦੀ ਫੀਲਿੰਗਸ ਦੀ ਸ਼ਮੂਲੀਅਤ ਕਰਦੀ ਹੈ, ਸਿੱਖ ਲੋਕਾਂ ਦੀ ਸ਼ਮੂਲੀਅਤ ਕਰਨ ਵਾਲੀ ਇੱਕੋ ਇੱਕ ਆਜ਼ਾਦ ਸੰਸਥਾ ਜਿਹਨੂੰ ਪਬਲਿਕਲੀ ਮੰਨਿਆ ਜਾਂਦਾ। ਤੇ ਇਸ ਗੱਲ ਨੂੰ ਬਾਰ-ਬਾਰ ਸਪਸ਼ਟ ਕਰਨ ਤੋਂ ਬਾਅਦ ਇੱਕ ਵਾਰੀ ਫਿਰ ਅਸੀਂ ਮੀਡੀਆ ਦੇ ਸਾਹਮਣੇ ਇਸ ਗੱਲ ਨੂੰ ਰੱਖਣਾ ਚਾਹੁੰਦੇ ਹਾਂ ਕਿ ਜਿਸ ਨੂੰ ਇੱਕ ਆਜ਼ਾਦ ਸੰਸਥਾ ਵਜੋਂ ਲਿਆ ਜਾਂਦਾ ਆ, ਉਹ ਆਜ਼ਾਦ ਸੰਸਥਾ ਨਹੀਂ ਹੈ। ਕਿਉਂਕਿ ਕੱਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਲੇਟੈਸਟ ਡਿਵੈਲਪਮੈਂਟ ਹੁੰਦੀ ਆ ਕਿ ਗੋਬਿੰਦ ਸਿੰਘ ਜੀ ਲੌਂਗੋਵਾਲ, ਜਿਨ੍ਹਾਂ ਨੂੰ ਥੋੜ੍ਹਾ ਟਾਈਮ ਪਹਿਲਾਂ SGPC ਦੇ ਪ੍ਰਧਾਨ ਲਾਇਆ ਜਾਂਦਾ, ਤੇ ਕੱਲ੍ਹ ਹੀ ਉਹਨਾਂ ਨੂੰ ਆਪਣੀ ਪੋਲੀਟੀਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਰ ਕਮੇਟੀ ਦੇ ਮੈਂਬਰ ਵਜੋਂ ਲਿਆ ਜਾਂਦਾ। ਇਟ ਮੀਨਸ ਬਿੱਲੀ ਇੱਕ ਵਾਰੀ ਫਿਰ ਥੈਲੇ 'ਚੋਂ ਬਾਹਰ ਆ, ਇੱਕ ਵਾਰੀ ਫਿਰ ਸਪਸ਼ਟ ਕਰ ਦਿੱਤਾ ਕਿ ਸ਼੍ਰੋਮਣੀ ਕਮੇਟੀ ਆਜ਼ਾਦ ਨਹੀਂ ਆ, ਉਹ ਪੂਰੀ ਤਰ੍ਹਾਂ ਦੇ ਨਾਲ ਬਾਦਲ ਪਰਿਵਾਰ ਦੇ ਹੱਥਾਂ ਦੇ ਵਿੱਚ ਚੱਲ ਰਹੀ ਹੈ। ਤੇ ਇੱਥੇ ਨਾ ਸਿਰਫ ਸਾਡੇ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਕੀਤੀ ਆ, ਤੋਹੀਨ ਕੀਤੀ ਆ, ਮੈਂ ਕਹਿੰਦੀ ਹਾਂ ਜੀ ਬਿਲਕੁਲ ਖਿੱਚ ਕੇ ਜਿਹੜਾ ਨਿਸ਼ਾਨਾ ਸਾਡੇ ਸਿੱਖ ਲੋਕਾਂ ਦੇ ਹਿਰਦਿਆਂ ਤੇ, ਲੋਕਾਂ ਦੀਆਂ ਫੀਲਿੰਗਸ ਤੇ ਮਾਰਿਆ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ। ਕਿਉਂਕਿ ਜਿਸ ਸੰਸਥਾ ਨੂੰ ਜੇ ਮੈਨੂੰ ਦੂਸਰੇ ਸ਼ਬਦਾਂ 'ਚ ਵੀ ਗੱਲ ਕਰਾਂ ਤਾਂ ਸ਼੍ਰੋਮਣੀ ਅਕਾਲੀ ਦਲ ਜਦੋਂ ਹੋਂਦ 'ਚ ਆਉਂਦਾ ਆ ਤਾਂ ਅਕਾਲੀ ਦਲ ਪਾਰਟੀ ਦਾ ਸੰਵਿਧਾਨ ਇਸ ਗੱਲ ਤੇ ਖੜਾ 1920 ਦੇ ਵਿੱਚ ਕਿ ਸਿਰਫ ਤੇ ਸਿਰਫ ਅਸੀਂ ਧਾਰਮਿਕ ਚੋਣਾਂ ਹੀ ਲੜਾਂਗੇ, ਪਰ
ਸਾਡੇ ਸਾਹਮਣੇ ਸਪਸ਼ਟ ਆ ਕਿ ਧਾਰਮਿਕ ਚੋਣਾਂ ਕਿੱਧਰ ਰਹਿ ਗਈਆਂ ਤੇ ਕਿਸ ਤਰੀਕੇ ਦੇ ਨਾਲ ਧਰਮ ਨੂੰ ਆਪਣੀ ਇੱਕ ਬੈਕ ਬਣਾ ਕੇ, ਧਰਮ ਨੂੰ ਆਪਣਾ ਇੱਕ ਮੋਹਰਾ ਬਣਾ ਕੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੇ, ਬਾਦਲ ਪਰਿਵਾਰ ਨੇ, ਬਾਦਲ ਸਾਹਿਬ ਨੇ, ਸੁਖਬੀਰ ਬਾਦਲ ਜੀ ਨੇ, ਬੀਬਾ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਮਤਲਬ ਸਾਡੇ ਗੁਰਦੁਆਰਾ ਸਾਹਿਬਾਨਾਂ ਦੀ ਓੜ ਲੈ ਕੇ ਲਗਾਤਾਰ ਸਾਡੇ ਲੋਕਾਂ ਨੂੰ ਢਾਹ ਲੱਗਦੀ ਹੁਣ ਤੱਕ ਇੱਥੋਂ ਤੱਕ ਪਹੁੰਚੀ। ਜਿਹੜੀ ਪਾਰਟੀ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਅਸੀਂ ਤਾਂ ਕੱਲੀਆਂ ਧਾਰਮਿਕ ਚੋਣਾਂ ਲੜਾਂਗੇ, ਕਿ ਸਾਡਾ ਕੋਈ ਸਿਆਸੀਕਰਨ ਨਹੀਂ ਹੋਊਗਾ, ਕਿ ਅਸੀਂ ਸਿਆਸਤ ਵਾਲੀਆਂ ਚੋਣਾਂ ਅਸੀਂ ਕੋਈ ਪਾਰਟਿਸਿਪੇਟ ਨਹੀਂ ਕਰਾਂਗੇ, ਤੇ ਦੂਜੇ ਪਾਸੇ ਸਾਡਾ ਆਜ਼ਾਦ ਭਾਰਤ ਦਾ ਸੰਵਿਧਾਨ ਇਸ ਗੱਲ ਤੇ ਖੜਾ ਆ ਕਿ ਜਿਹੜੀ ਆਪਣੇ ਆਪ ਨੂੰ ਇੱਕ ਧਾਰਮਿਕ ਪਾਰਟੀ ਕਹਾਉਂਦੀ ਆ ਤੇ ਉਹਨਾਂ ਨੂੰ ਕੋਈ ਰਾਈਟ ਨਹੀਂ ਹੈਗਾ ਉਹ ਇੱਥੇ ਸਿਆਸੀ ਚੋਣਾਂ ਦੇ ਵਿੱਚ ਪਾਰਟਿਸਿਪੇਟ ਕਰ ਸਕਣ। ਸੋ ਅੱਜ ਦੀ ਜਿਹੜੀ ਬੇਸਿਕਲੀ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮਕਸਦ ਇਹੀ ਆ ਕਿ ਪਹਿਲਾਂ ਤਾਂ ਮੇਰੇ ਖਿਆਲ ਦੇ ਨਾਲ ਲੰਗੋਵਾਲ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਆ, ਕਿਉਂਕਿ ਜੇ ਉਹ ਸੱਚਮੁੱਚ ਇੱਕ ਸਿੱਖ ਲੋਕਾਂ ਦੀ ਸ਼ਮੂਲੀਅਤ ਕਰਦੇ ਆ, ਉਸ ਆਜ਼ਾਦ ਆਪਣੇ ਆਪ ਦੇ ਵਿੱਚ ਕਹਾਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਗੇਨਾਈਜੇਸ਼ਨ ਦੀ ਪ੍ਰਧਾਨਗੀ ਨੂੰ ਰੱਖਣਾ ਚਾਹੁੰਦੇ ਆ। ਦੂਸਰੇ ਪਾਸੇ ਬਾਦਲ ਸਾਹਿਬ, ਸੁਖਬੀਰ ਬਾਦਲ ਜੀ ਤੇ ਬੀਬਾ ਹਰਸਿਮਰਤ ਕੌਰ ਬਾਦਲ ਇਸ ਗੱਲ ਦਾ ਸਪਸ਼ਟੀਕਰਨ ਦੇ ਦੇਣ, ਕਲੀਅਰ ਕਰ ਦੇਣ ਕਿ ਉਹਨਾਂ ਦੀ ਪਾਰਟੀ ਧਾਰਮਿਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਾਂ ਟੋਟਲੀ ਧਰਮ ਨਿਰਪੱਖ ਪਾਰਟੀ ਆ। ਤੀਸਰਾ, ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਇਸ ਗੱਲ ਦੀ ਗੁਜ਼ਾਰਿਸ਼ ਕਰੂੰਗੀ ਕਿ ਮੇਰੇ ਖਿਆਲ ਨਾਲ ਹੁਣ ਐਕਸ਼ਨ ਬਣਦਾ ਆ ਕਿ ਸ਼੍ਰੋਮਣੀ ਅਕਾਲੀ ਦਲ ਮਾਨਤਾ ਖਤਮ ਕਰਨ ਦਾ ਟਾਈਮ ਆ ਗਿਆ। ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਜਿਹੜੀ ਪਾਰਟੀ ਆਪਣੇ ਆਪ ਨੂੰ ਕਹਾਉਂਦੀ ਆ ਉਹਦੀ ਮਾਨਤਾ ਰੱਦ ਕਰਨ ਦਾ ਟਾਈਮ ਆ ਗਿਆ। ਨਹੀਂ ਤਾਂ ਬਾਦਲ ਸਾਹਿਬ, ਹਰਸਿਮਰਤ ਕੌਰ ਬਾਦਲ ਜੀ ਇਸ ਮੀਡੀਆ ਦੇ ਅੱਗੇ ਆ ਕੇ ਸਪਸ਼ਟੀਕਰਨ ਦੇਣ ਜਿਹੜੇ ਲੰਬੇ ਸਮੇਂ ਤੋਂ ਇਸ ਧਰਮ ਨੂੰ ਆਪਣਾ ਸਾਰਾ ਤਾਣਾ ਬਾਣਾ ਬਣਾ ਕੇ ਲੋਕਾਂ ਦੀਆਂ ਫੀਲਿੰਗਸ ਦੇ ਨਾਲ ਬਾਰ-ਬਾਰ ਖਿਲਵਾੜ ਕਰਦੇ ਆ ਰਹੇ ਆ। ਬਹੁਤ ਸਾਰੀਆਂ ਇਹਦੀਆਂ ਐਗਜ਼ਾਮਪਲਸ ਨੇ, ਬਹੁਤ ਸਾਰੀਆਂ ਇਹਦੀਆਂ ਇਹੋ ਜਿਹੀਆਂ ਐਗਜ਼ਾਮਪਲਸ ਨੇ। ਇੱਥੋਂ ਤੱਕ ਵੀ ਆ ਕਿ ਮੈਨੂੰ ਯਾਦ ਆ ਜਦੋਂ 2014 ਦੀ ਇਲੈਕਸ਼ਨ ਹੁੰਦੀ ਹੈ ਤਲਵੰਡੀ ਸਾਬੋ ਤੇ, ਥੋੜਾ ਪਿੱਛੇ ਕਰੀ, ਉਸ ਬਾਈ ਇਲੈਕਸ਼ਨ ਦੇ ਵਿੱਚ ਜਿੰਨੇ ਅਕਾਲੀ ਦਲ ਦੇ ਐਮਐਲਏ ਸਾਹਿਬਾਨ ਨੇ ਉਹ ਸਾਰੇ ਦਾ ਸਾਰੇ ਐਮਐਲਏ ਸਾਹਿਬਾਨਾਂ ਨੂੰ ਸਰਾਂ ਦੇ ਵਿੱਚ ਰਹਿਣ ਲਈ ਜਗ੍ਹਾ ਮਿਲਦੀ ਹੈ। ਅੱਛਾ, ਬਾਈ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕੀ ਕਰ ਰਹੇ ਨੇ, ਜਿਹੜੇ ਗੁਰਦੁਆਰਾ ਸਾਹਿਬਾਨਾਂ 'ਚ ਜਿੱਥੇ ਲੋਕ ਆਪਣੀ ਸ਼ਰਧਾ ਭਾਵਨਾਵਾਂ ਦੇ ਨਾਲ ਮੱਥਾ ਟੇਕਦੇ ਆ, ਜਿੱਥੇ ਲੰਗਰ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਆ, ਜਿੱਥੇ ਰਸਤ ਦੇ ਕੇ ਆਉਂਦੇ ਆ, ਉਹ ਸਾਰਾ ਘਿਓ, ਸਾਰਾ ਅਨਾਜ, ਸਾਰਾ ਜਿਹੜਾ ਦਾਲਾਂ ਨੇ, ਕਹਿੰਦਾ ਮਤਲਬ ਲੰਗਰ, ਉਹ ਇਹਨਾਂ ਲਈ ਚਲਾਇਆ ਜਾਂਦਾ ਹੈਗਾ। ਸੋ ਇਹੀ ਨਹੀਂ, ਇਸ ਤੋਂ ਵੀ ਮੈਨੂੰ ਇਹ ਗੱਲ ਕਰਦੇ ਆ, ਹਾਲਾਂਕਿ ਮੈਂ ਨਹੀਂ ਚਾਹੁੰਦੀ ਕਿਉਂਕਿ ਉਹ ਜੋ ਇਸ ਦੁਨੀਆ ਤੋਂ ਚਲੇ ਜਾਂਦੇ ਆ ਕਿ ਅਸੀਂ ਉਹਨਾਂ ਦੀ ਗੱਲ ਨੂੰ ਫਰੋੜੀਏ, ਮੈਂ ਉਹ ਗੱਲ ਨਹੀਂ ਕਰਨਾ ਚਾਹੁੰਦੀ, ਪਰ ਮਜਬੂਰੀ ਹੈ, ਮੈਨੂੰ ਕਰਨੀ ਪੈ ਰਹੀ ਹੈ ਕਿ ਮਨਪ੍ਰੀਤ ਬਾਦਲ ਜੀ ਵਿਧਾਨ ਸਭਾ 'ਚ ਖੜ ਕੇ ਆਪ ਸਪਸ਼ਟ ਕਰਦੇ ਕਿ ਜਦੋਂ ਸੁਰਿੰਦਰ ਕੌਰ ਜੀ ਦਾ ਭੋਗ ਹੁੰਦਾ ਤੇ ਉੱਥੇ ਲੰਗਰ ਰਸਤ ਪਤਾ ਕਿੱਥੋਂ ਆਉਂਦੀ ਹੈ, ਗੁਰਦੁਆਰਾ ਸਾਹਿਬਾਨਾਂ 'ਚੋਂ ਆਉਂਦੀ ਹੈ। ਇਹਦਾ ਮਤਲਬ ਕੀ ਹੈ? ਸੋ ਅੱਜ ਆਮ ਆਦਮੀ ਪਾਰਟੀ ਇਸ ਗੱਲ ਦੀ ਮੰਗ ਕਰ ਰਹੀ ਹੈ, ਡਿਮਾਂਡ ਕਰ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਸਟੈਂਡ ਸਪਸ਼ਟ ਕਰੇ, ਕਲੀਅਰ ਕਰੇ ਕਿ ਉਹ ਕਿੱਥੇ ਜੇ ਸਟੈਂਡ ਕਰਦੇ ਆ, ਕਿ ਉਹ ਕੀ ਬਲੀਵ ਕਰਦੇ ਆ, ਉਹ ਐਸਜੀਪੀਸੀ ਨੂੰ ਕਿੱਥੇ ਖੜਾ ਕਰਦੇ ਆ, ਤਾਂ ਉਹ ਆਪ ਕਿੱਥੇ ਖੜੇ ਹੁੰਦੇ ਆ। ਤੇ ਮੈਂ ਬਲਵੰਤ ਸਿੰਘ ਜੀ ਖੇੜਾ ਹੋਰਾਂ ਜਿਹੜੇ ਕਿ ਉੱਘੇ ਸਮਾਜ ਸੇਵੀ ਨੇ, ਉਹਨਾਂ ਦਾ ਵੀ ਮੈਂ ਇੱਥੇ ਜ਼ਿਕਰ ਕਰਨਾ ਚਾਹੂੰਗੀ ਮੀਡੀਆ ਸਾਹਮਣੇ ਕਿ ਜਿਹੜੇ ਲੰਬੇ ਸਮੇਂ ਤੋਂ ਇਸ ਗੱਲ ਦੀ ਲੜਾਈ ਲੜ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੂਰੇ ਮਾਪਦੰਡ ਲੈ ਕੇ ਚੱਲ ਰਿਹਾ। ਇੱਕ ਪਾਸੇ ਆਪਣੇ ਆਪ ਨੂੰ ਸਿਰਫ ਸਿਆਸਤ ਕਰਦੇ ਹੋਏ ਦਿਖਾਈ ਦਿੰਦੇ, ਦੂਜੇ ਪਾਸੇ ਆਪਣੇ ਆਪ ਨੂੰ ਟੋਟਲੀ ਧਰਮ ਤੋਂ ਪਰੇ ਕਰ ਲੈਂਦੇ ਆ, ਦੂਜੇ ਪਾਸੇ ਧਰਮ ਦੀ ਆੜ ਲੈ ਕੇ ਹੀ ਲਗਾਤਾਰ ਲੋਕਾਂ ਦੀਆਂ ਫੀਲਿੰਗਸ ਦੇ ਨਾਲ ਸਾਡੇ ਸੰਵਿਧਾਨ ਦੀ ਤੋਹੀਨ ਕਰਦੇ ਹੋਏ ਇੱਥੋਂ ਤੱਕ ਪਹੁੰਚ ਗਏ।
ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਬਠਿੰਡਾ ਤੋਂ AS ਕੈਂਥ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।